ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਵਾਰ ਸ਼ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੈ ਕੀ ਧੁਨੀ। ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਤਸਲ ਕਰੁਣਾ ਨਿਧਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਆਸਾ ਦੀ ਵਾਰ ਦੇ ਸ਼ਬਦ ਕੀਰਤਨ ਆਪ ਸਰਬੱਤ ਸੰਗਤ ਨੇ ਸਰਵਣ ਕੀਤੇ ਹਨ। ਆਓ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਅੱਜ ਆਸਾ ਦੀ ਵਾਰ ਦੀ ਆਰੰਭਤਾ ਹੋਵੇਗੀ। ਆਸਾ ਦੀ ਵਾਰ ਮਨ ਦੀਆਂ ਆਸਾਂ ਨੂੰ ਸੰਪੂਰਨ ਕਰਨ ਵਾਲੀ ਬਾਣੀ ਹੈ। ਇਸ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਪਖੰਡ ਦਾ ਖੰਡਨ ਤੇ ਨਾਮ ਦਾ ਮੰਡਨ ਕੀਤਾ ਹੈ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਸਾ ਦੀ ਵਾਰ ਦੀ ਵਿਚਾਰ ਤੋਂ ਹੀ ਹਿੰਦੂ ਤਵੀ ਸੋਚ ਨੂੰ ਖਤਰਾ ਸੀ। ਜਿੱਦਣ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤੇ ਕਿ ਛੋਡੀ ਲੈ ਪਾਖੰਡਾ ਨਾਮ ਲੈ ਜਾਹੇ ਤਰੰਦਾ, ਪਖੰਡ ਛੱਡ ਰੱਬ ਦਾ ਨਾਮ ਜਪ, ਉਹਦੇ ਨਾਲ ਹੀ ਤੇਰਾ ਪਾਰ ਉਤਾਰਾ ਹੋਵੇਗਾ। ਇਹਨਾਂ ਬਚਨਾਂ ਨੂੰ ਸੁਣ ਕੇ ਸਮੇਂ ਦਾ ਵਿਪਰ ਸਤਿਗੁਰਾਂ ਦੇ ਨਾਲ ਈਰਖਾ ਕਰਨ ਲੱਗ ਪਿਆ ਤੇ ਉਹਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਜਿਹੜੀ ਆਵਾਜ਼ ਮੇਰੇ ਖਿਲਾਫ ਹੈ, ਮੇਰੇ ਪਖੰਡ ਦਾ ਖੰਡਨ ਕਰਦੀ ਹੈ, ਮੈਂ ਇਸ ਆਵਾਜ਼ ਨੂੰ ਖਤਮ ਕਰਨਾ ਹੈ। ਉਦੋਂ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਨਾਲ ਵਿਪਰਵਾਦੀ ਸੋਚ ਦੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ। ਦੀਨ ਦਿਆਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਵਿੱਤਰ ਬਾਣੀ ਦੇ ਵਿੱਚ ਬਹੁਤ ਵਡਮੁੱਲੇ ਵਿਚਾਰ ਬਖਸ਼ਿਸ਼ ਕੀਤੇ ਨੇ। ਆਸਾ ਦੀ ਵਾਰ, ਇਹਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਕਿ ਜਿਹੜੀ ਮਨ ਦੀ ਇੱਛਾ ਨੂੰ ਸੰਪੂਰਨ ਕਰਨ ਵਾਲੀ ਹੈ, ਤੇ ਦੂਸਰਾ ਭਾਵ ਕਿ ਜਿਹੜਾ ਬਾਣੀ ਨੂੰ ਭਾਵਨਾ ਦੇ ਨਾਲ ਪੜ੍ਹਦਾ ਹੈ, ਉਹਦੇ ਮਨ ਵਿੱਚੋਂ ਆਸਾ ਵਾਰ ਭਾਵ ਆਸਾਵਾਂ ਵਰਜਿਤ ਹੋ ਜਾਂਦੀਆਂ ਨੇ। ਮਨ ਦੀਆਂ ਇੱਛਾ ਨੂੰ, ਖਾਹਿਸ਼ਾਂ ਨੂੰ ਵਰਜਿਤ ਕਰ ਲੈਂਦਾ ਹੈ, ਰੋਕ ਲੈਂਦਾ ਹੈ, ਜਿਸ ਦੇ ਅੰਦਰ ਸਤਿਗੁਰਾਂ ਦੀ ਕਿਰਪਾ ਵਰਤ ਜਾਂਦੀ ਹੈ। ਆਓ ਭਾਵਨਾ, ਪ੍ਰੇਮ, ਸ਼ਰਧਾ, ਸਤਿਕਾਰ ਸਹਿਤ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਆਸਾ ਮਹੱਲਾ ਪਹਿਲਾ। ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਦੇ ਹਨ। ਵਾਰ ਸ਼ਲੋਕਾਂ ਨਾਲ, ਆਸਾ ਦੀ ਵਾਰ ਸ਼ਲੋਕਾਂ ਦੇ ਸਮੇਤ ਹੈ। ਗੁਰਬਾਣੀ ਦੇ ਵਿੱਚ ਕੁਝ ਵਾਰਾਂ ਦੇ ਨਾਲ ਸ਼ਲੋਕ ਨਹੀਂ ਹਨ, ਸਿਰਫ ਪੌੜੀਆਂ ਨੇ, ਜਿਵੇਂ ਰਾਮਕਲੀ ਕੀ ਵਾਰ, ਬਸੰਤ ਕੀ ਵਾਰ। ਵਾਰ ਨਾਮ ਪੌੜੀ ਦਾ ਹੈ। ਪਹਿਲੋ ਪਹਿਲ ਵਾਰ ਉਸ ਛੰਦ ਨੂੰ ਕਿਹਾ ਜਾਂਦਾ ਸੀ ਜਿਹੜਾ ਛੰਦ ਸੂਰਬੀਰਾਂ ਦਾ ਜਸ ਗਾਉਣ ਦੇ ਵਾਸਤੇ ਕਵਿਤਾ ਰੂਪ ਦੇ ਵਿੱਚ ਗਾਇਆ ਜਾਵੇ, ਉਸ ਕਵਿਤਾ ਨੂੰ ਵਾਰ ਕਿਹਾ ਜਾਂਦਾ ਹੈ। ਜਿਵੇਂ ਢਾਡੀ, ਕਵੀਸ਼ਰ ਯੋਧਿਆਂ ਦਾ ਜਸ ਗਾਉਣ ਵੇਲੇ ਜਿਹੜੀ ਕਵਿਤਾ ਗਾਉਂਦੇ ਨੇ, ਉਸ ਕਵਿਤਾ ਨੂੰ ਵਾਰ ਕਿਹਾ ਜਾਂਦਾ ਹੈ। ਤੇ ਵਾਰ ਦਾ ਅਰਥ ਪੌੜੀ ਹੈ। ਜਦੋਂ ਮਹਾਰਾਜ ਨੇ ਇਹ ਸ਼ਬਦ ਲਿਖ ਦਿੱਤਾ ਕਿ ਵਾਰ ਸ਼ਲੋਕਾਂ ਨਾਲ, ਭਾਵ ਪੌੜੀਆਂ ਸ਼ਲੋਕਾਂ ਦੇ ਸਮੇਤ ਹਨ। ਇਹਨਾਂ ਪੌੜੀਆਂ ਦੇ ਨਾਲ ਨਾਲ ਸ਼ਲੋਕ ਵੀ ਦਰਜ ਕੀਤੇ ਨੇ, ਤੇ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਜਦੋਂ ਵਾਰ ਦੇ ਨਾਲ ਜਿਹੜੇ ਗੁਰੂ ਸਾਹਿਬ ਦਾ ਨਾਮ ਆ ਜਾਵੇ, ਉਸ ਪਾਤਸ਼ਾਹ ਨੇ ਵਾਰ ਦੀਆਂ ਸਾਰੀਆਂ ਪੌੜੀਆਂ ਉਚਾਰਨ ਕੀਤੀਆਂ ਹੁੰਦੀਆਂ ਨੇ। ਜਿਵੇਂ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ,
वार माज की श्लोक महला पहला मलक मुरीद तथा चंद्रहड़ा सोहिया की धुनी गावनी। ਉਹ ਮਹੱਲੇ ਪਹਿਲੇ ਦੀ ਵਾਰ ਹੈ। ਉਹਦੇ ਵਿੱਚ ਜਿਹੜੀਆਂ ਪੌੜੀਆਂ ਨੇ ਉਹ ਗੁਰੂ ਨਾਨਕ ਸਾਹਿਬ ਦੀਆਂ ਹਨ। ਸੋਰਠ ਦੀ ਵਾਰ ਵਿੱਚ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹਨ। ਪਰ ਜਿੱਥੇ ਬਕਾਇਦਾ ਲਿਖ ਦਿੱਤਾ ਕਿ ਸ਼ਲੋਕ ਵੀ ਮਹੱਲੇ ਪਹਿਲੇ ਦੇ ਹਨ, ਭਾਵ ਕਿ ਵਾਰ ਪੌੜੀਆਂ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੀ ਉਚਾਰਨ ਕੀਤੀਆਂ ਨੇ, ਬਲਕਿ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਦੇ ਹਨ। ਤੋ ਇਸੇ ਤਰ੍ਹਾਂ ਇਸ ਪਵਿੱਤਰ ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਹਨ, ਪਰ ਕੁਝ ਸ਼ਲੋਕ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਹਨ। ਉਹ ਵੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਮੌਜ ਦੇ ਵਿੱਚ ਅੰਕਿਤ ਕੀਤੇ ਹਨ। ਟੁੰਡੇ ਆਸ ਰਾਜੈ ਕੀ ਧੁਨੀ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਵਾਰ ਨੂੰ ਜਿਹੜਾ ਆਸ ਰਾਜ ਹੋਇਆ ਹੈ ਉਹਦੀ ਵਾਰ ਦੀ ਤਰਜ ਤੇ ਗਾਉਣਾ ਹੈ, ਉਹਦੀ ਸੁਰ ਤੇ ਗਾਉਣਾ ਹੈ। ਦਰਅਸਲ ਜਦੋਂ ਪੰਜਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਛੇਵੇਂ ਪਾਤਸ਼ਾਹ ਨੂੰ ਸੌਂਪੀ ਹੈ ਤੇ ਛੇਵੇਂ ਪਾਤਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਬਾਣੀ ਉਚਾਰਨ ਕਰਨ ਬਾਰੇ ਕੀ ਹੁਕਮ ਹੈ? ਤੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਕਿ ਤੁਸੀਂ ਬਾਣੀ ਉਚਾਰਨ ਨਹੀਂ ਕਰੋਗੇ। ਜਿਹੜੀਆਂ ਬਾਣੀ ਦੇ ਵਿੱਚ 22 ਵਾਰਾਂ ਅਸੀਂ ਉਚਾਰਨ ਕੀਤੀਆਂ ਨੇ, ਉਹਨਾਂ ਵਿੱਚੋਂ ਵਾਰਾਂ ਦੇ ਉੱਪਰ ਧੁਨਾਂ ਦਰਜ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ। ਤੇ ਫਿਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨੱਥੇ ਤੇ ਅਬਦੁੱਲੇ ਢਾਡੀ ਕੋਲੋਂ ਅਕਾਲ ਤਖਤ ਸਾਹਿਬ ਦੇ ਅਸਥਾਨ ਤੇ ਵਾਰਾਂ ਸੁਣੀਆਂ, ਜਿਨ੍ਹਾਂ ਸੂਰਬੀਰਾਂ ਦੀ ਬਹਾਦਰੀ ਸਤਿਗੁਰਾਂ ਨੂੰ ਪਸੰਦ ਆਈ, ਉਹਨਾਂ ਸੂਰਬੀਰਾਂ ਦਾ ਸਤਿਕਾਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਥਾਂ ਦੇ ਦਿੱਤੀ। ਇਹਦਾ ਮਤਲਬ ਬਾਣੀ ਨੇ ਸੂਰਮਿਆਂ ਦਾ ਬਹੁਤ ਸਤਿਕਾਰ ਕੀਤਾ ਹੈ। ਜਿਹੜਾ ਸੂਰਮਾ ਮਨ ਨੂੰ ਜਿੱਤ ਲੈਂਦਾ ਉਹ ਜਗਤ ਤੇ ਫਤਿਹ ਪਾ ਲੈਂਦਾ ਹੈ, ਤੇ ਜਿਹੜੇ ਸੂਰਮੇ ਨੇ ਸੰਸਾਰ ਦੇ ਵਿੱਚ ਮਾਰ ਕੇ ਮਾਰੇ ਹੋਣ, ਜਿਨ੍ਹਾਂ ਸੂਰਮਿਆਂ ਨੇ ਆਪਣੀ ਬਹਾਦਰੀ ਦੇ ਨਾਲ ਲੋਕਾਂ ਦਾ ਭਲਾ ਕੀਤਾ ਹੋਵੇ, ਉਹਨਾਂ ਸੂਰਮਿਆਂ ਦਾ ਬਾਣੀ ਵਿੱਚ ਬੜਾ ਸਤਿਕਾਰ ਹੈ। ਕਿਉਂਕਿ ਇੱਕ ਸੂਰਮਾ ਆਪਣੀ ਸ਼ਕਤੀ ਦੇ ਨਾਲ ਕਿਸੇ ਦਾ ਖੂਨ ਡੋਲਦਾ ਹੈ ਤੇ ਇੱਕ ਸੂਰਮਾ ਡੁੱਲਦਾ ਹੋਇਆ ਖੂਨ ਰੋਕਦਾ ਹੈ। ਜਿਨ੍ਹਾਂ ਸੂਰਮਿਆਂ ਨੇ ਮਜਲੂਮਾਂ ਦਾ ਡੁੱਲਦਾ ਖੂਨ ਰੋਕਿਆ, ਉਹਨਾਂ ਦਾ ਗੁਰਬਾਣੀ ਨੇ ਬੜਾ ਸਤਿਕਾਰ ਕੀਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਥਾਂ ਦਿੱਤੀ ਹੈ। 22 ਵਾਰਾਂ ਦੇ ਵਿੱਚੋਂ 9 ਵਾਰਾਂ ਦੇ ਉੱਪਰ ਧੁਨਾਂ ਦਰਜ ਕੀਤੀਆਂ ਛੇਵੇਂ ਪਾਤਸ਼ਾਹ ਮਹਾਰਾਜ ਨੇ। ਜਿਵੇਂ ਜਿਵੇਂ ਢਾਡੀਆਂ ਦੇ ਕੋਲੋਂ ਜਸ ਸੁਣਿਆ, ਜਿਨ੍ਹਾਂ ਦੀ ਬਹਾਦਰੀ ਪਸੰਦ ਆਈ, ਬਹਾਦਰੀ ਦੇ ਕਿੱਸੇ ਚੰਗੇ ਲੱਗੇ, ਉਹਨਾਂ ਦੀਆਂ ਵਾਰਾਂ ਧੁਨਾਂ ਵਾਰਾਂ ਦੇ ਉੱਪਰ ਦਰਜ ਕਰ ਦਿੰਦੀਆਂ। ਇੱਥੇ ਅਸ ਰਾਜੇ ਦੀ ਧੁਨ ਦਰਜ ਕੀਤੀ ਹੈ। ਅਸ ਰਾਜਾ ਸਾਰੰਗ ਰਾਜੇ ਦਾ ਪੁੱਤਰ ਹੋਇਆ ਹੈ ਤੇ ਸਾਰੰਗ ਰਾਜੇ ਨੇ ਸਿਆਣੇ ਵਿਦਵਾਨਾਂ ਨੂੰ ਪੁੱਛਿਆ ਕਿ ਜੇ ਮੈਂ ਆਪਣੇ ਪੁੱਤਰ ਨੂੰ ਚੰਗਾ ਹੁਸ਼ਿਆਰ ਤੇ ਲਾਇਕ ਬਣਾਉਣਾ ਹੋਵੇ ਫਿਰ ਕੀ ਕਰਾਂ? ਪੰਡਤਾਂ ਵਿਦਵਾਨਾਂ ਜੋਤਸ਼ੀਆਂ ਨੇ ਦੱਸਿਆ ਕਿ ਆਪਣੇ ਪੁੱਤ ਨੂੰ ਜੰਮਦਿਆਂ ਸਾਰ ਭੋਰੇ ਦੇ ਵਿੱਚ ਬਿਠਾ ਦੇ, ਜਿੱਥੇ ਸਿਰਫ ਇਹਦੇ ਉਸਤਾਦ ਜਾਣ, ਹੋਰ ਕੋਈ ਨਾ ਜਾਏ। 12 ਸਾਲਾਂ ਤੱਕ ਇਹਦੇ ਮੱਥੇ ਕੋਈ ਨਹੀਂ ਲੱਗਣਾ ਚਾਹੀਦਾ। ਜਦੋਂ ਉਹਨੇ ਆਪਣੇ ਪੁੱਤਰ ਨੂੰ, ਦੂਸਰੇ ਉਹਦੇ ਮਤਰੇਏ ਭਰਾ ਸੀ ਖਾਨ ਤੇ ਸੁਲਤਾਨ, ਆਸ ਰਾਜ ਨੂੰ ਭੋਰੇ ਦੇ ਵਿੱਚ ਬਿਠਾ ਦਿੱਤਾ। ਉਹਦੀ ਵਿੱਦਿਆ ਦਾ ਇੰਤਜ਼ਾਮ ਵੀ ਹੋ ਗਿਆ, ਪੜ੍ਹਾਈ ਸ਼ੁਰੂ ਹੋ ਗਈ। ਵਿਦਵਾਨ ਉਸਤਾਦ ਪੜ੍ਹਾਉਂਦੇ ਨੇ, ਖਾਣ ਪੀਣ ਦਾ ਪ੍ਰਬੰਧ ਵੀ ਉੱਥੇ ਹੀ ਹੁੰਦਾ ਹੈ।
ਜਦੋਂ ਵਿਦਿਆ ਮੁਕੰਮਲ ਕਰਕੇ ਭੋਰੇ ਚੋਂ ਬਾਹਰ ਨਿਕਲਿਆ, ਪਿਤਾ ਨੂੰ ਮਿਲਿਆ। ਪਿਤਾ ਨੇ ਬਹੁਤ ਪ੍ਰੇਮ ਕੀਤਾ। ਫਿਰ ਸਾਰੇ ਦਰਬਾਰੀ, ਵਜ਼ੀਰਾਂ, ਮੰਤਰੀਆਂ ਨੂੰ ਮਿਲਿਆ, ਉਹਨਾਂ ਨੇ ਵੀ ਬੜਾ ਪ੍ਰੇਮ ਕੀਤਾ। ਫਿਰ ਮਹਿਲਾਂ ਦੇ ਵਿੱਚ ਆਪਣੀਆਂ ਮਾਤਾਵਾਂ ਨੂੰ ਮਿਲਣ ਵਾਸਤੇ ਗਿਆ। ਜਦੋਂ ਸਾਰੀਆਂ ਮਾਵਾਂ ਦੇ ਚਰਨਾਂ ਤੇ ਹੱਥ ਲਾਏ, ਸਾਰੀਆਂ ਮਾਵਾਂ ਤੋਂ ਆਸ਼ੀਰਵਾਦ ਮਿਲਿਆ। ਪਰ ਅਖੀਰ ਦੇ ਵਿੱਚ ਸਾਰੰਗ ਰਾਜੇ ਨੇ ਜਿਹੜੀ ਵਡੇਰੀ ਉਮਰ ਦੇ ਵਿੱਚ ਛੋਟੀ ਉਮਰ ਦੀ ਰਾਣੀ ਵਿਆਹ ਕੇ ਲਿਆਂਦੀ ਸੀ, ਉਹਦੇ ਪੈਰਾਂ ਤੇ ਹੱਥ ਲਾਏ ਤੇ ਉਹਨੇ ਅੱਗੋਂ ਮੱਥਾ ਟੇਕਣੋਂ ਰੋਕ ਦਿੱਤਾ। ਆਸਰਾਜ ਕਹਿਣ ਲੱਗਾ, ਤੂੰ ਮੇਰੀ ਮਾਂ ਹੈ ਤੇ ਪੁੱਤ ਦਾ ਫਰਜ਼ ਹੈ ਕਿ ਮਾਂ ਬਾਪ ਦੇ ਪੈਰਾਂ ਤੇ ਮੱਥਾ ਟੇਕਣਾ। ਅੱਗੋਂ ਉਸ ਰਾਣੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਆਪਣਾ ਪੁੱਤ ਨਹੀਂ ਮੰਨਦੀ, ਕਿਉਂਕਿ ਤੂੰ ਮੇਰੇ ਪੇਟੋਂ ਨਹੀਂ ਜੰਮਿਆ, ਸਗੋਂ ਆਪਾਂ ਹਾਣ ਪ੍ਰਵਾਨ ਹਾਂ। ਤੇਰਾ ਪਿਤਾ ਤੇ ਬੁੱਢਾ ਹੋ ਗਿਆ ਹੈ। ਜਦੋਂ ਅਸਰਾਜ ਨੇ ਉਸ ਰਾਣੀ ਦੀ ਮੰਦ ਭਾਵਨਾ ਨੂੰ ਵੇਖਿਆ ਤੇ ਉਹ ਅੰਦਰੋਂ ਘਬਰਾ ਗਿਆ। ਜਦ ਰਾਣੀ ਨੇ ਉਹਦੇ ਨਾਲ ਆਪਣੇ ਮਨ ਦੀ ਮੰਦ ਵਾਸ਼ਨਾ ਜ਼ਾਹਿਰ ਕੀਤੀ ਤੇ ਅੱਗੋਂ ਅਸਰਾਜ ਆਪਣੇ ਧਰਮ ਵਿੱਚ ਪਰਪੱਕ ਰਹਿਣ ਵਾਲਾ ਸੂਰਮਾ ਸਮਝਾਉਣ ਲੱਗ ਪਿਆ ਕਿ ਤੁਹਾਡੇ ਵਾਸਤੇ ਇਹ ਚੰਗੀ ਗੱਲ ਨਹੀਂ, ਤੇ ਆਪ ਉਹਦੇ ਮਹਿਲਾਂ ਦੇ ਵਿੱਚੋਂ ਬਾਹਰ ਨਿਕਲ ਗਿਆ। ਰਾਣੀ ਨੇ ਆਖਿਆ, ਠੀਕ ਹੈ, ਜੇ ਤੂੰ ਮੇਰੀ ਨਹੀਂ ਮੰਨੀ ਤੇ ਮੈਂ ਤੈਨੂੰ ਇਸ ਗੱਲ ਦਾ ਮਜ਼ਾ ਜ਼ਰੂਰ ਚਖਾਵਾਂਗੀ। ਉਹਨੇ ਆਪਣੇ ਲੀੜੇ ਪਾੜ ਲਏ, ਆਪਦੇ ਸਰੀਰ ਦੇ ਉੱਪਰ, ਬਦਨ ਦੇ ਉੱਪਰ ਨੌਂਦਰਾਂ ਮਾਰ ਲਈਆਂ, ਰੋਣ ਲੱਗ ਪਈ ਉੱਚੀ ਉੱਚੀ। ਰਾਜਾ ਭੱਜਾ ਭੱਜਾ ਕੋਲ ਆਇਆ। ਉਹਦੇ ਰੂਪ, ਜੋਬਨ, ਜਵਾਨੀ ਦੇ ਵਿੱਚ ਰਾਜਾ ਵੀ ਫਸਿਆ ਹੋਇਆ ਸੀ। ਜਦੋਂ ਆਪਣੀ ਰਾਣੀ ਦੀ ਇਹ ਬਦਤਰ ਹਾਲਤ ਵੇਖੀ, ਪੁੱਛਿਆ, ਭਾਗਵਾਨੇ ਕੀ ਹੋਇਆ? ਉਹ ਕਹਿੰਦੀ, ਹੋਣਾ ਕੀ ਸੀ, ਤੇਰਾ ਲਾਡਲਾ ਪੁੱਤ ਜਿਹਦੀਆਂ ਤੂੰ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਕਿ ਮੇਰਾ ਪੁੱਤ ਬੜੀ ਉਚੇਰੀ ਵਿਦਿਆ ਪ੍ਰਾਪਤ ਕਰ ਰਿਹਾ ਹੈ, ਬੜਾ ਵਿਦਵਾਨ ਬਣੇਗਾ, ਬੜਾ ਲਾਇਕ ਹੁਸ਼ਿਆਰ ਹੋਵੇਗਾ। ਤੇਰੇ ਉਸੇ ਪੁੱਤ ਦੀ ਕਰਤੂਤ ਹੈ, ਉਹਨੇ ਮੈਨੂੰ ਮੰਦੀ ਨਿਗਾਹ ਦੇ ਨਾਲ, ਮੈਲੀ ਨਿਗਾਹ ਦੇ ਨਾਲ ਵੇਖਿਆ ਹੈ, ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਰਾਜੇ ਨੂੰ ਬਹੁਤ ਗੁੱਸਾ ਆਇਆ। ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ। ਉਹਨੇ ਸਭਾ ਸੱਦ ਲਈ, ਆਪਣੇ ਪੁੱਤ ਨੂੰ ਵੀ ਕਚਹਿਰੀ ਦੇ ਵਿੱਚ ਹਾਜ਼ਰ ਕਰ ਲਿਆ। ਮਨ ਤੇ ਉਹਦਾ ਬੜਾ ਦੁਖੀ ਹੋਇਆ, ਪਰ ਮਨ ਦੇ ਵਿੱਚ ਵਿਚਾਰ ਨਹੀਂ ਕੀਤੀ। ਜੇ ਤਾਂ ਵਿਵੇਕ ਬੁੱਧੀ ਦੇ ਨਾਲ ਸੋਚਦਾ, ਸਮਝਦਾ, ਵਜ਼ੀਰਾਂ ਦੀ ਸਲਾਹ ਲੈਂਦਾ, ਫਿਰ ਤਾਂ ਭਾਵੇਂ ਗੱਲ ਨਾ ਵਿਗੜਦੀ। ਪਰ ਰਾਜੇ ਨੇ ਜਲਦਬਾਜ਼ੀ ਦੇ ਵਿੱਚ ਫੈਸਲਾ ਕਰ ਲਿਆ। ਕਹਿੰਦਾ, ਮੇਰੇ ਪੁੱਤ ਨੇ ਗਲਤੀ ਬਹੁਤ ਵੱਡੀ ਕੀਤੀ ਹੈ, ਜਾਓ ਜਾ ਕੇ ਇਸ ਨੂੰ ਮਾਰ ਦਿਓ, ਤੇ ਮਰੇ ਹੋਏ ਦਾ ਮੂੰਹ ਤਾਂ ਮੈਂ ਵੇਖਣਾ ਨਹੀਂ ਚਾਹੁੰਦਾ, ਬਸ ਇਹਦਾ ਇੱਕ ਹੱਥ ਵੱਢ ਕੇ ਮੈਨੂੰ ਲਿਆ ਕੇ ਵਿਖਾ ਦੇਣਾ। ਇੱਥੇ ਦੂਸਰਾ ਵਿਦਵਾਨਾਂ ਦਾ ਇਹ ਵੀ ਖਿਆਲ ਹੈ ਕਿ ਰਾਜੇ ਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਰਾਣੀ ਦੀ ਹੀ ਮੰਦੀ ਭਾਵਨਾ ਸੀ, ਪੁੱਤ ਦਾ ਕੋਈ ਕਸੂਰ ਨਹੀਂ ਹੈ। ਇਸ ਕਰਕੇ ਉਹਨੇ ਕਿਹਾ ਕਿ ਜਾਓ ਮੇਰੇ ਪੁੱਤ ਨੂੰ ਦੇਸ਼ ਨਿਕਾਲਾ ਦੇ ਦਿਓ, ਇਹਦਾ ਇੱਕ ਹੱਥ ਵੱਢ ਕੇ ਮੈਨੂੰ ਵਿਖਾ ਦਿਓ, ਤਾਂ ਕਿ ਮੈਂ ਆਪਣੀ ਰਾਣੀ ਦੇ ਸਾਹਮਣੇ ਵੀ ਸੱਚਾ ਹੋ ਜਾਵਾਂ ਤੇ ਪੁੱਤ ਦੀ ਵੀ ਹੱਤਿਆ ਨਾ ਕਰਾਂ। ਜਦੋਂ ਵਜ਼ੀਰ ਅਸਰਾਜ ਨੂੰ ਜੰਗਲ ਦੇ ਵਿੱਚ ਲੈ ਕੇ ਗਏ, ਉਹਨਾਂ ਹੱਥ ਵੱਢਿਆ ਤੇ ਖੂਹ ਦੇ ਵਿੱਚ ਸੁੱਟ ਦਿੱਤਾ। ਕਿਸੇ ਨੇ ਲਿਖਿਆ ਕਿ ਦੋਵੇਂ ਹੱਥ ਵੱਢ ਦਿੱਤੇ, ਕਿਉਂਕਿ ਉਹਨਾਂ ਦੇ ਮਨ ਵਿੱਚ ਵੀ ਈਰਖਾ ਸੀ ਕਿ ਕੱਲ ਨੂੰ ਰਾਜ ਦਾ ਭਾਗੀਦਾਰ ਨਾ ਬਣ ਜਾਵੇ। ਦੋਵੇਂ ਹੱਥ ਵੱਢ ਕੇ ਲੈ ਗਏ। ਮਗਰੋਂ ਉਥੋਂ ਦੀ ਇੱਕ ਵਣਜਾਰਿਆਂ ਦਾ ਟੋਲਾ ਲੰਘਿਆ
ਤੇ ਉਸ ਵਣਜਾਰਿਆਂ ਦੇ ਟੋਲੇ ਨੇ ਪਾਣੀ ਪੀਣ ਵਾਸਤੇ ਖੂਹ ਦੇ ਵਿੱਚ ਡੋਲ ਸੁੱਟਿਆ। ਅਸਰਾਜ ਨੇ ਡੋਲ ਪਕੜ ਲਿਆ। ਵਣਜਾਰੇ ਬੜੇ ਪਰੇਸ਼ਾਨ ਹੋਏ ਕਿ ਖੂਹ ਦੇ ਵਿੱਚ ਕਿਹੜੀ ਬਲਾ ਹੈ। ਜਦੋਂ ਖੂਹ ਦੇ ਵਿੱਚ ਵੇਖਿਆ ਤੇ ਪਤਾ ਲੱਗਿਆ ਕਿ ਇੱਕ ਨੌਜਵਾਨ ਸੁੰਦਰ ਬਾਲਕ ਖੂਹ ਦੇ ਵਿੱਚ ਡਿੱਗਿਆ ਹੋਇਆ। ਉਹਨਾਂ ਬਾਹਰ ਕੱਢ ਲਿਆ, ਨਾਲ ਲੈ ਕੇ ਤੁਰ ਪਏ, ਹੱਥਾਂ ਤੇ ਪੱਟੀਆਂ ਕਰ ਦਿੱਤੀਆਂ। ਰਸਤੇ ਦੇ ਵਿੱਚ ਇੱਕ ਧੋਬੀ ਦਾ ਘਾਟ ਸੀ। ਉਹਨੇ ਨੌਜਵਾਨ ਸੁੰਦਰ ਸੋਹਣੀ ਸੂਰਤ ਵਾਲੇ ਬੱਚੇ ਵੱਲ ਵੇਖਿਆ ਤੇ ਮਨ ਵਿੱਚ ਖਿਆਲ ਆਇਆ ਕਿ ਭਾਵੇਂ ਮੇਰਾ ਪੁੱਤਰ ਵੀ ਇਹਦੇ ਵਾਂਗ ਟੁੰਡਾ ਹੀ ਹੁੰਦਾ, ਪਰ ਹੁੰਦਾ ਤੇ ਜ਼ਰੂਰ। ਉਹਦੇ ਆਸਰੇ ਮੈਂ ਆਪਣਾ ਬੁਢੇਪਾ ਬਤੀਤ ਕਰ ਲੈਂਦਾ। ਵਣਜਾਰਿਆਂ ਨੇ ਪੁੱਛਿਆ ਧੋਬੀ ਨੂੰ ਕਿ ਤੂੰ ਬਹੁਤ ਇੱਕ ਟੱਕ ਇਹਦੇ ਵੱਲ ਵੇਖਣ ਲੱਗ ਪਿਆ, ਕੀ ਕਾਰਨ ਹੈ? ਕਹਿੰਦਾ ਮੇਰੇ ਘਰ ਵਿੱਚ ਕੋਈ ਪੁੱਤ ਨਹੀਂ, ਮੈਂ ਸੋਚਦਾ ਕਿ ਮੇਰੇ ਕੋਲ ਵੀ ਬਾਲਕ ਹੁੰਦਾ। ਤੇ ਵਣਜਾਰਿਆਂ ਦੇ ਟੋਲੇ ਨੇ ਅਸਰਾਜ ਨੂੰ ਧੋਬੀ ਦੇ ਕੋਲ ਵੇਚ ਦਿੱਤਾ। ਧੋਬੀ ਬੜਾ ਖੁਸ਼ ਹੋਇਆ ਤੇ ਅਸਰਾਜ ਵੀ ਧਰਮੀ ਸੀ, ਆਪਣੇ ਧਰਮ ਦੇ ਪਿਤਾ ਦੀ ਆਗਿਆ ਦੇ ਵਿੱਚ ਚੱਲਣ ਲੱਗ ਪਿਆ। ਰੋਜ਼ ਗੱਡੇ ਦੇ ਉੱਪਰ ਕੱਪੜੇ ਰੱਖਦਾ ਹੈ ਤੇ ਜਾ ਕੇ ਸ਼ਹਿਰ ਦੇ ਵਿੱਚ ਅਮੀਰਾਂ, ਵਜ਼ੀਰਾਂ, ਸੇਠਾਂ ਦੇ ਘਰਾਂ ਦੇ ਵਿੱਚ ਦੇ ਕੇ ਆਉਂਦਾ। ਆਪਣੇ ਪਿਤਾ ਦੇ ਨਾਲ ਕੰਮਕਾਰ ਕਰਵਾਉਣ ਲੱਗ ਪਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਇੱਕ ਦਿਨ ਉਸ ਰਾਜ ਦੇ ਰਾਜੇ ਦੀ ਮੌਤ ਹੋ ਗਈ ਤੇ ਉਹਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਫੇਰ ਜਦੋਂ ਵਜ਼ੀਰਾਂ ਨੇ ਸਲਾਹ ਕੀਤੀ ਕਿ ਹੁਣ ਰਾਜ ਦਾ ਉੱਤਰਾਧਿਕਾਰੀ ਰਾਜਾ ਧਿਰਾਜ ਕਿਸ ਨੂੰ ਬਣਾਇਆ ਜਾਵੇ, ਕਿਉਂਕਿ ਵਜ਼ੀਰ ਰਾਜਾ ਨਹੀਂ ਬਣ ਸਕਦਾ, ਪੁਰਾਣੇ ਸਮੇਂ ਦਾ ਅਸੂਲ ਸੀ। ਜੇ ਕੋਈ ਮੰਤਰੀ ਰਾਜਾ ਬਣਦਾ ਤੇ ਉਹਨੂੰ ਕੋੜ ਹੋ ਜਾਂਦਾ ਸੀ, ਮੰਤਰੀ ਰਾਜਾ ਨਹੀਂ ਬਣ ਸਕਦਾ। ਫਿਰ ਬਣੇ ਕੌਣ? ਫੈਸਲਾ ਹੋਇਆ ਕਿ ਜਿਸ ਬੰਦੇ ਦਾ ਹੱਥ ਲੱਗਣ ਨਾਲ ਸ਼ਹਿਰ ਦੇ ਦਰਵਾਜ਼ਿਆਂ ਦੇ ਜਿੰਦਰੇ ਟੁੱਟ ਜਾਣ, ਖੁੱਲ ਜਾਣ, ਉਹਨੂੰ ਰਾਜਾ ਬਣਾ ਦਿੱਤਾ ਜਾਵੇ। ਵਜ਼ੀਰਾਂ ਨੇ ਆਪਸ ਵਿੱਚ ਸਲਾਹ ਕਰਕੇ ਤੇ ਇਸ ਸਲਾਹ ਨੂੰ ਗੁਪਤ ਰੱਖ ਕੇ ਰਾਤ ਨੂੰ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਅਗਲੇ ਦਿਨ ਅੰਮ੍ਰਿਤ ਵੇਲੇ ਆਪਣੇ ਨਿਯਮ ਮੁਤਾਬਕ ਅਸਰਾਜ ਜਦੋਂ ਨਗਰ ਦੇ ਵਿੱਚ ਆਇਆ ਲੀੜੇ ਵੰਡਣ ਵਾਸਤੇ, ਜਦੋਂ ਬੂਹੇ ਨੂੰ ਆ ਕੇ ਹੱਥ ਲਾਇਆ, ਧਰਮੀ ਸੀ ਤੇ ਰਾਜ ਦਾ ਅਧਿਕਾਰੀ ਸੀ, ਪਰਮੇਸ਼ਰ ਨੂੰ ਚੰਗਾ ਲੱਗਿਆ, ਉਹਦਾ ਟੁੰਡ ਲੱਗਣ ਦੇ ਨਾਲ ਹੀ ਜਿੰਦਰੇ ਖੁੱਲ ਗਏ। ਅਹਿਲਕਾਰਾਂ ਨੇ ਉਸੇ ਵਕਤ ਪਕੜ ਕੇ ਦਰਬਾਰ ਵਿੱਚ ਲੈ ਆਂਦਾ। ਵਜ਼ੀਰਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਜਦੋਂ ਇਸ ਤੋਂ ਪੁੱਛਿਆ ਤੂੰ ਕੌਣ ਹੈ, ਅਸਰਾਜ ਨੇ ਆਪਣੀ ਸਾਰੀ ਵਿਥਿਆ ਦੱਸੀ ਕਿ ਮੇਰੇ ਨਾਲ ਬਹੁਤ ਮੰਦਭਾਗਾ ਸਮਾਂ ਗੁਜ਼ਰਿਆ, ਮੈਂ ਵੀ ਇੱਕ ਰਾਜੇ ਦਾ ਪੁੱਤਰ ਰਾਜਕੁਮਾਰ ਹਾਂ। ਵਜ਼ੀਰ ਹੋਰ ਬੜੇ ਖੁਸ਼ ਹੋਏ ਕਿ ਇਹ ਤਾਂ ਫਿਰ ਰਾਜ ਭਾਗ ਦਾ ਹੱਕਦਾਰ ਬਣਦਾ ਹੈ, ਇਸੇ ਨੂੰ ਹੀ ਰਾਜਾ ਬਣਾਇਆ ਜਾਵੇ। ਸਿੰਘਾਸਣ ਤੇ ਬਿਠਾਇਆ, ਤਾਜਪੋਸ਼ੀ ਹੋਈ, ਵਾਜੇ ਵੱਜ ਗਏ, ਨਗਾਰੇ ਵੱਜ ਗਏ, ਚਾਰ ਚਫੇਰੇ ਖੁਸ਼ੀਆਂ ਦੇ ਗੀਤ ਗਾਏ ਜਾਣ ਲੱਗ ਪਏ। ਤੇ ਅਸਰਾਜ ਦੇ ਧਰਮ ਕਰਕੇ ਪ੍ਰਜਾ ਵੀ ਬਹੁਤ ਸੁਖੀ ਹੋਈ। ਰਾਜਾ ਚੰਗਾ ਹੋਵੇ, ਪ੍ਰਜਾ ਸੁਖੀ ਹੁੰਦੀ ਹੈ। ਰਾਜਾ ਮਾੜਾ ਹੋਵੇ ਤੇ ਪ੍ਰਜਾ ਦੇ ਨੱਕ 'ਚ ਦਮ ਹੋ ਜਾਂਦਾ ਹੈ। ਅਸਰਾਜ ਨੇ ਆਪਣੇ ਧਰਮ ਦੇ ਨਾਲ ਸਾਰੀ ਪ੍ਰਜਾ ਨੂੰ ਬਹੁਤ ਸੁੱਖ ਦਿੱਤੇ। ਤੇ ਅਚਾਨਕ ਇਹਦੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ। ਉਹਨੇ ਆਪਣੇ ਖਜ਼ਾਨਾ ਮੰਤਰੀਆਂ ਨੂੰ ਭੇਜਿਆ ਕਿ ਜਾਓ, ਜਾ ਕੇ ਦੂਸਰੇ ਰਾਜ ਦੇ ਵਿੱਚੋਂ ਕੋਈ ਖਜ਼ਾਨਾ ਲੈ ਕੇ ਆਓ, ਆਪਾਂ ਆਪਦਾ ਗੁਜ਼ਾਰਾ ਚਲਾ ਲਈਏ। ਉਹ ਅਸਰਾਜ ਦੇ ਦਰਬਾਰ ਵਿੱਚੋਂ ਲੈ ਕੇ ਗਏ। ਅਸਰਾਜ ਦਾ ਪਿਤਾ ਬੜਾ ਖੁਸ਼ ਹੋਇਆ ਕਿ ਮੈਂ ਇਸ ਤਰ੍ਹਾਂ ਦੇ ਰਾਜੇ ਨੂੰ ਮਿਲਣਾ ਚਾਹੁੰਦਾ ਹਾਂ ਜਿਨਨੇ ਮੁਸ਼ਕਲ ਵੇਲੇ ਮੇਰੀ ਮਦਦ ਕੀਤੀ ਹੈ।
ਜਦੋਂ ਮਿਲਣ ਵਾਸਤੇ ਆਇਆ ਤੇ ਆ ਕੇ ਪਤਾ ਲੱਗਿਆ ਕਿ ਰਾਜਾ ਕੋਈ ਹੋਰ ਨਹੀਂ ਸਗੋਂ ਮੇਰਾ ਆਪਣਾ ਹੀ ਪੁੱਤਰ ਹੈ। ਬੜਾ ਖੁਸ਼ ਹੋਇਆ ਤੇ ਆਪਣੀ ਕੀਤੀ ਦਾ ਪਛਤਾਵਾ ਵੀ ਹੋਇਆ। ਉਧਰੋਂ ਉਹਦਾ ਰਾਜ ਭਾਗ ਖਾਨ ਤੇ ਸੁਲਤਾਨ ਜਿਹੜੇ ਅਸ ਰਾਜ ਦੇ ਮਤਰੇਏ ਭਰਾ ਸੀ ਉਹਨਾਂ ਨੇ ਮੱਲ ਲਿਆ ਤੇ ਪਿਤਾ ਚਾਹੁੰਦਾ ਸੀ ਕਿ ਮੈਂ ਆਪਣਾ ਰਾਜ ਵੀ ਆਪਦੇ ਪੁੱਤਰ ਨੂੰ ਦੇਵਾਂ। ਮੇਰਾ ਪੁੱਤਰ ਵੱਡਾ ਪੁੱਤਰ ਰਾਜ ਕਰਨ ਦਾ ਹੱਕਦਾਰ ਹੈ ਤੇ ਲਾਇਕ ਹੈ। ਪਰ ਅੱਗੋਂ ਖਾਨ ਤੇ ਸੁਲਤਾਨ ਜੰਗ ਕਰਨ ਵਾਸਤੇ ਜੰਗੀ ਸਾਜੋ ਸਮਾਨ ਲੈ ਕੇ ਤਿਆਰ ਹੋ ਗਏ ਤੇ ਇੱਧਰ ਇੱਕ ਦਿਨ ਅਸ ਰਾਜ ਆਪਣੇ ਮਹਿਲਾਂ ਦੇ ਉੱਪਰ ਟਹਿਲ ਰਿਹਾ ਸੀ ਤੇ ਵਣਜਾਰਿਆਂ ਦਾ ਉਹੀ ਟੋਲਾ ਉਹਨੂੰ ਕੋਲੋਂ ਲੰਘਦਾ ਹੋਇਆ ਨਜ਼ਰ ਆਇਆ। ਉਹਨੇ ਮਹਿਲਾਂ ਵਿੱਚ ਸੱਦੇ, ਸਤਿਕਾਰ ਮਾਣ ਕੀਤਾ, ਬਹੁਤ ਪੈਸਾ ਦਿੱਤਾ। ਅਹਿਲਕਾਰਾਂ ਨੇ ਪੁੱਛਿਆ ਕਿ ਤੁਸੀਂ ਲੋਕ ਕੌਣ ਹੋ? ਸਾਡੇ ਰਾਜੇ ਨੇ ਤੁਹਾਡੇ ਨਾਲ ਬੜਾ ਪ੍ਰੇਮ ਕੀਤਾ ਹੈ। ਉਹਨਾਂ ਅਸਲੀ ਗੱਲ ਤਾਂ ਦੱਸੀ ਨਹੀਂ ਕਿ ਅਸੀਂ ਤੁਹਾਡੇ ਰਾਜੇ ਨੂੰ ਧੋਬੀ ਕੋਲੇ ਵੇਚ ਦਿੱਤਾ ਸੀ, ਕਿਉਂਕਿ ਡਰ ਗਏ ਤੇ ਸਗੋਂ ਝੂਠੀ ਗੱਲ ਘੜ ਲਈ ਕਿ ਤੁਹਾਡੇ ਰਾਜੇ ਨੇ ਇੱਕ ਵਾਰੀ ਚੋਰੀ ਕੀਤੀ ਸੀ ਤੇ ਅਸੀਂ ਇਹਨੂੰ ਚੋਰੀ ਦੇ ਇਲਜ਼ਾਮ ਵਿੱਚ ਸਜ਼ਾ ਹੋਣ ਤੋਂ ਬਚਾਇਆ ਸੀ। ਉਸੇ ਹੀ ਸਾਡੇ ਪਰ ਉਪਕਾਰ ਦਾ ਅੱਜ ਇਹਨੇ ਕਰਜ਼ ਚੁਕਾਇਆ ਹੈ। ਕੋਈ ਸਾਡੇ ਤੇ ਅਹਿਸਾਨ ਨਹੀਂ ਕੀਤਾ। ਜੋ ਅਸੀਂ ਅਹਿਸਾਨ ਕੀਤਾ ਸੀ ਉਹਦਾ ਧੰਨਵਾਦ ਅੱਜ ਤੁਹਾਡੇ ਰਾਜੇ ਨੇ ਕੀਤਾ ਹੈ ਕਿ ਜੋ ਸਾਨੂੰ ਇਹਨੇ ਮਾਣ ਸਤਿਕਾਰ ਦਿੱਤਾ ਹੈ। ਜਦੋਂ ਇਹ ਗੱਲ ਅਸ ਰਾਜ ਨੇ ਸੁਣੀ ਤੇ ਉਹਨੇ ਦੋਵੇਂ ਆਪਣੇ ਟੁੰਡ ਰਗੜ ਕੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਹੇ ਵਾਹਿਗੁਰੂ, ਇਹੋ ਜਿਹਿਆਂ ਨੂੰ ਤੂੰ ਹੀ ਸਮੱਤ ਬਖਸ਼। ਮੈਂ ਇਹਨਾਂ ਦਾ ਭਲਾ ਕੀਤਾ, ਮੈਂ ਮਾਣ ਸਤਿਕਾਰ ਦਿੱਤਾ, ਪਰ ਇਹਨਾਂ ਨੂੰ ਸਤਿਕਾਰ ਮਾਣ ਪਚਿਆ ਨਹੀਂ। ਕਿਵੇਂ ਮੇਰੀ ਪ੍ਰਜਾ ਦੇ ਕੋਲ ਝੂਠ ਬੋਲ ਰਹੇ ਨੇ। ਰੱਬ ਦੀ ਕਿਰਪਾ ਦੇ ਨਾਲ ਕਹਿੰਦੇ ਇਹਦੇ ਦੋਵੇਂ ਹੱਥ ਉਦੋਂ ਵਾਪਸ ਆ ਗਏ ਸੀ। ਫਿਰ ਇਸ ਨੇ ਜੰਗ ਕੀਤੀ ਖਾਨ ਸੁਲਤਾਨ ਦੇ ਨਾਲ, ਆਪਣੇ ਪਿਤਾ ਦਾ ਰਾਜ ਵੀ ਮੱਲ ਲਿਆ, ਪਰ ਖਾਨ ਤੇ ਸੁਲਤਾਨ ਨੂੰ ਮਾਰਿਆ ਨਹੀਂ, ਬਖਸ਼ ਦਿੱਤਾ। ਇੰਨੀ ਬਹਾਦਰੀ ਸੂਰਬੀਰਤਾ ਵੀ ਵਿਖਾਈ, ਜੰਗ ਵੀ ਜਿੱਤੀ, ਪਰ ਜੰਗ ਜਿੱਤ ਕੇ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ, ਫਿਰ ਉਹਨਾਂ ਨੂੰ ਕੋਈ ਮਾਰਿਆ ਨਹੀਂ। ਇਹ ਬਹਾਦਰੀ ਦਾ ਕਿੱਸਾ ਨੱਥੇ ਅਬਦੁੱਲੇ ਢਾਡੀ ਨੇ 6ਵੇਂ ਪਾਤਸ਼ਾਹ ਨੂੰ ਸੁਣਾਇਆ ਤੇ 6ਵੇਂ ਪਾਤਸ਼ਾਹ ਨੂੰ ਉਹਨਾਂ ਦੀ ਬਹਾਦਰੀ ਬੜੀ ਪਸੰਦ ਆਈ। ਭਬਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਬੱਜੇ, ਸੁਲਤਾਨ ਖਾਨ ਵੱਡ ਸੂਰਮੇ ਵਿੱਚ ਰਣ ਦੇ ਗੱਜੇ, ਖਾਤ ਲਿਖ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਪਰ ਲੱਜੇ, ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜੇ। ਗੁਰੂ ਸਾਹਿਬ ਨੂੰ ਇਹ ਵਾਰ ਬੜੀ ਪਸੰਦ ਆਈ ਤੇ ਹੁਕਮ ਕੀਤਾ ਕਿ ਆਸਾ ਦੀ ਵਾਰ ਦੀਆਂ ਪੌੜੀਆਂ ਇਸੇ ਤਰਜ਼ ਤੇ ਗਾਈਆਂ ਜਾਣ, ਉਹ ਸੂਰਮੇ ਦਾ ਵੀ ਸਤਿਕਾਰ ਹੋਵੇ ਤੇ ਵਾਰ ਵੀ ਹੋਰ ਜ਼ਿਆਦਾ ਸੁੰਦਰ ਲੱਗੇ। ਤੋ ਇਸੇ ਤਰ੍ਹਾਂ ਆਸ ਰਾਜ ਦੀ ਦੂਸਰੀ ਉਥਾਨਕਾ ਇਵੇਂ ਆਉਂਦੀ ਹੈ ਕਿ ਇੱਕ ਵਾਰੀ ਜੰਗਲ ਦੇ ਲੋਕਾਂ ਨੇ ਸਾਰੰਗ ਰਾਜੇ ਦੇ ਕੋਲ ਫਰਿਆਦ ਕੀਤੀ ਕਿ ਅਸੀਂ ਸ਼ੇਰ ਤੋਂ ਬੜੇ ਪਰੇਸ਼ਾਨ ਹਾਂ। ਸ਼ੇਰ ਆਦਮਖੋਰ ਹੋ ਗਿਆ ਹੈ, ਰੋਜ਼ ਕੋਈ ਨਾ ਕੋਈ ਬੰਦਾ ਮਾਰ ਦਿੰਦਾ, ਅਸੀਂ ਬੜੇ ਤੰਗ ਹਾਂ, ਬੜੇ ਡਰ ਡਰ ਕੇ ਰਹਿੰਦੇ ਹਾਂ। ਤੇ ਅਸਰਾਜ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਗਿਆ, ਖੱਬੇ ਹੱਥ ਵਿੱਚ ਢਾਲ ਫੜੀ, ਸੱਜੇ ਹੱਥ ਵਿੱਚ ਤਲਵਾਰ। ਜਦੋਂ ਸ਼ੇਰ ਸਾਹਮਣੇ ਆਇਆ, ਢਾਲ ਅੱਗੇ ਕੀਤੀ, ਸ਼ੇਰ ਨੇ ਢਾਲ ਦੇ ਸਮੇਤ ਖੱਬਾ ਹੱਥ ਚੱਬ ਲਿਆ, ਟੁੰਡਾ ਹੋ ਗਿਆ, ਪਰ ਸੱਜੇ ਹੱਥ ਨਾਲ ਉਸੇ ਵੇਲੇ ਵਾਰ ਕੀਤਾ ਤੇ ਸ਼ੇਰ ਨੂੰ ਵੀ ਮਾਰ ਦਿੱਤਾ। ਇਹ ਬਹਾਦਰੀ, ਇਹ ਕਿੱਸਾ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਢਾਡੀਆਂ ਨੇ ਸੁਣਾਇਆ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸੂਰਮੇ ਦੀ ਸੂਰਮਗਤੀ, ਫਿਰ ਉਹਦੇ ਜਤ ਸਤ ਦਾ ਸਤਿਕਾਰ ਕੀਤਾ, ਉਹਦੇ ਧਰਮ ਵਿੱਚ ਪਰਪੱਕ ਰਹਿਣ ਦਾ ਸਤਿਕਾਰ ਮਾਣ ਕੀਤਾ ਕਿ ਧੰਨ ਹੈ ਤੂੰ ਜਿਨੇ ਆਪਣੇ ਧਰਮ ਨੂੰ ਲਾਜ ਨਹੀਂ ਲਾਈ। ਬੇਸ਼ੱਕ ਘਰ-ਬਾਰ ਛੱਡ ਦਿੱਤਾ,
ਆਪਣੇ ਹੱਥ ਵਢਾ ਲਏ, ਧੋਬੀਆਂ ਕੋਲ ਚਲੇ ਗਿਆ, ਪਰ ਧਰਮ ਨਹੀਂ ਤਿਆਗਿਆ। ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਿਰਲੇਖ ਦੇ ਨਾਲ ਧੁਨ ਦਰਜ ਕੀਤੀ ਹੈ, ਟੁੰਡੀ ਅਸ ਰਾਜੈ ਕੀ ਧੁਨੀ। ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤੋਂ ਅੱਗੇ ਪਵਿੱਤਰ ਬਾਣੀ ਬਖਸ਼ਿਸ਼ ਕਰਦੇ ਹਨ। ਸਰਵਣ ਕਰੀਏ ਜੀ। ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਸ਼ਲੋਕ ਜਿਹੜੇ ਸ਼ੰਤ ਦੇ ਨਾਲ ਸਵੈ ਲੋਕ ਦੀ ਪ੍ਰਾਪਤੀ ਹੋਵੇ। ਆਪਣਾ ਲੋਕ, ਜਿਸ ਲੋਕ ਦਾ ਨਾਮ ਹੈ ਸੱਚਖੰਡ, ਉਹਦੀ ਪ੍ਰਾਪਤੀ ਕਰਵਾਉਣ ਵਾਲਾ ਜੋ ਛੰਦ ਹੈ, ਉਸ ਛੰਦ ਦਾ ਨਾਮ ਸ਼ਲੋਕ ਹੈ। ਬਲਿਹਾਰੀ ਗੁਰ ਆਪਣੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ। ਦਿਓਹਾੜੀ ਸਦ ਵਾਰ, ਇੱਕ ਦਿਨ ਦੇ ਵਿੱਚ ਸੈਂਕੜੇ ਵਾਰ। ਸਦ ਦਾ ਅਰਥ ਹੈ 100। ਜਿਵੇਂ ਸਦੀ, ਸਦੀ ਸ਼ਬਦ ਵੀ ਸਦ ਤੋਂ ਬਣਿਆ ਹੈ। 100 ਸਾਲ ਨੂੰ ਸਦੀ ਕਿਹਾ ਜਾਂਦਾ ਹੈ। ਇੱਥੇ ਸਦ ਫਾਰਸੀ ਦਾ ਸ਼ਬਦ ਹੈ। ਜੇ ਸਦ ਸ਼ਬਦ ਸੰਸਕ੍ਰਿਤ ਜਾਂ ਹਿੰਦੀ ਦਾ ਹੋਵੇ ਫਿਰ ਇਹਦਾ ਅਰਥ ਬਣੇਗਾ ਸਦਾ, ਹਮੇਸ਼ਾ। ਪਰ ਇੱਥੇ ਸਦ ਫਾਰਸੀ ਅਰਬੀ ਦਾ ਹੈ, ਇਸ ਕਰਕੇ ਇਹਦਾ ਭਾਵ ਹੈ 100। ਤੋ ਮਹਾਰਾਜ ਕਹਿੰਦੇ ਨੇ, ਦਿਨ ਦੇ ਵਿੱਚ 100 ਵਾਰ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਸ ਗੁਰੂ ਨੇ ਕਿਰਪਾ ਕਰਕੇ ਸਾਨੂੰ ਮਨੁੱਖ ਤੋਂ ਦੇਵਤੇ ਬਣਾਇਆ, ਤੇ ਦੇਵਤੇ ਬਣਾਉਂਦਿਆਂ ਜਿਸ ਨੂੰ ਚਿਰ ਨਹੀਂ ਲੱਗਾ। ਮਾਨਸ ਤੇ ਦੇਵਤੇ ਭਏ, ਧਿਆਇਆ ਨਾਮ ਹਰੇ। ਪ੍ਰੇਤਹੁ ਕੀ ਤੋਨ ਦੇਵਤਾ ਤਿਨ ਕਰਨੇ ਹਾਰੇ। ਜ਼ਿੰਦਗੀ ਬਦਲ ਦਿੱਤੀ। ਪਹਿਲਾਂ ਨਸ਼ਿਆਂ ਵਿਸ਼ਿਆਂ ਦੇ ਵਿੱਚ ਸਮਾਂ ਗੁਜ਼ਰਦਾ ਸੀ, ਹੁਣ ਬਾਣੀ ਪੜ੍ਹਨ ਵਿੱਚ ਸਮਾਂ ਗੁਜ਼ਰਦਾ ਹੈ। ਪਹਿਲਾਂ ਨਿੰਦਿਆ ਚੁਗਲੀ ਦੇ ਵਿੱਚ ਸਮਾਂ ਬਤੀਤ ਹੁੰਦਾ ਸੀ, ਹੁਣ ਕਥਾ ਕੀਰਤਨ ਸੁਣਦਿਆਂ ਸਮਾਂ ਬਤੀਤ ਹੁੰਦਾ ਹੈ। ਮਾਨਸ ਤੇ ਦੇਵਤੇ ਭਏ, ਜਿਨ ਮਾਨਸ ਤੇ ਦੇਵਤੇ ਕੀਏ, ਇਹ ਸਾਰੀ ਕਿਰਪਾ ਮੇਰੇ ਸਤਿਗੁਰੂ ਦੀ ਹੈ। ਇੱਕ ਵਾਰੀ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀਆਂ ਸੀ। ਰਸਤੇ ਵਿੱਚ ਵੇਖਿਆ ਇੱਕ ਨਾਸਤਿਕ ਬੰਦੇ ਨੇ ਸੰਗਤਾਂ ਦੇ ਜਥੇ ਵੱਲ, ਤੇ ਕਹਿੰਦਾ ਐਵੇਂ ਪਖੰਡ ਦੇ ਮਗਰ ਲੱਗੇ ਹੋਏ ਨੇ। ਬੜਾ ਬੁਰਾ ਬੋਲਿਆ, ਸੰਗਤਾਂ ਨੂੰ ਬੜਾ ਦੁੱਖ ਲੱਗਾ। ਕਹਿੰਦੇ, ਜੇ ਤੈਨੂੰ ਕੋਈ ਗੁਰੂ ਤੇ ਸ਼ੱਕ ਸ਼ੁਬਾ ਹੈ, ਚੱਲ ਸਾਡੇ ਨਾਲ, ਤੈਨੂੰ ਵਿਖਾਈਏ ਕਰਤਾਰਪੁਰ ਦੀਆਂ ਰੌਣਕਾਂ, ਤੇ ਉੱਥੇ ਵਰਤਦਾ ਅਗੰਮੀ ਨੂਰ। ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ। ਜਿਤ ਸੋ ਹਾਥ ਨਾ ਲੱਭਈ ਤੂੰ ਉਹ ਠਰੂਰ। ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਨੌ ਨਿਧੀਆਂ ਵਾਲਾ ਨਾਮ ਦਾ ਖਜ਼ਾਨਾ ਜੇ ਸਤਿਗੁਰੂ ਵਿੱਚ ਭਰਪੂਰ ਹੈ, ਗੁਰੂ ਦੀ ਸੰਗਤ ਦੇ ਵਿੱਚ ਕੁਦਰਤੀ ਨੂਰ ਵਰਸਦਾ ਹੈ। ਆ ਤੈਨੂੰ ਦਰਸ਼ਨ ਕਰਾਈਏ। ਪਰ ਉਹ ਮੰਨਣ ਵਿੱਚ ਨਾ ਆਵੇ, ਤੁਰ ਪਿਆ ਨਾਲ, ਪਰ ਮਨ ਵਿੱਚ ਅਜੇ ਵੀ ਸ਼ੰਕਾ ਹੈ। ਜਦੋਂ ਕਰਤਾਰਪੁਰ ਸਾਹਿਬ ਜਾ ਕੇ ਉਹਨੇ ਦਰਵਾਜ਼ੇ ਦੇ ਉੱਪਰ ਲੰਗਰ ਵੇਖਿਆ, ਲੰਗਰ ਛਕਦੀਆਂ ਸੰਗਤਾਂ ਵੇਖੀਆਂ, ਤੇ ਕਹਿੰਦਾ ਇਹ ਤਾਂ ਹਰੀਆਂ ਹਰੀਆਂ ਚਰਨ ਵਾਲੇ ਨੇ, ਇਹ ਤਾਂ ਸਾਰੇ ਖਾਣ ਪੀਣ ਦੇ ਯਾਰ ਹਨ, ਤੇ ਖਾਣ ਪੀਣ ਵਾਸਤੇ ਘਰਾਂ ਤੋਂ ਚੱਲ ਕੇ ਆ ਜਾਂਦੇ ਨੇ। ਹੋਰ ਇੱਥੇ ਕਿਹੜੀ ਭਗਤੀ ਹੁੰਦੀ ਹੈ? ਲੰਗਰਾਂ ਦੇ ਪ੍ਰੇਮੀ ਨੇ ਇੱਥੇ ਸਾਰੇ। ਫਿਰ ਥੋੜਾ ਹੋਰ ਅੱਗੇ ਗਿਆ, ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚਿਆ, ਤੇ ਮਹਾਰਾਜ ਕਹਿੰਦੇ, ਤੈਨੂੰ ਸਿਰਫ ਲੰਗਰ ਛਕਦੇ ਹੀ ਦਿਸੇ ਨੇ, ਇਸ ਕਰਕੇ ਤੇਰੀ ਪਸ਼ੂ ਬਿਰਤੀ ਹੈ। ਕਿਉਂਕਿ ਪਸ਼ੂ ਦਾ ਸਿਰਫ ਖਾਣ ਪੀਣ ਤੱਕ ਹੀ ਧਿਆਨ ਹੁੰਦਾ ਹੈ। ਪਸ਼ੂ ਨੂੰ ਖਾਣ ਤੋਂ ਅੱਗੇ ਹੋਰ ਕੁਝ ਨਹੀਂ ਸੁਝਦਾ। ਨਿੰਦਰਾ ਭੋਜਨ ਭੋਗ ਪਏ, ਇਹ ਪਸ ਪੁਰਖ ਸਮਾਨ। ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾ ਪਸ ਜਾਨ।
ਇਹ ਜੋ ਤੈਨੂੰ ਦਿਸਿਆ ਹੈ ਗੁਰੂ ਘਰ ਦੇ ਵਿੱਚ ਆ ਕੇ, ਕਹਿੰਦੇ ਤੇਰੀ ਪਸ਼ੂ ਬਿਰਤੀ ਕਰਕੇ ਦਿਸਿਆ ਹੈ। ਅਜੇ ਥੋੜਾ ਚਿਰ ਰਹਿ, ਫਿਰ ਤੈਨੂੰ ਪਤਾ ਲੱਗੇਗਾ। ਸ਼ਾਮਾਂ ਪਈਆਂ, ਤੁਰਦਾ ਫਿਰਦਾ ਜਦੋਂ ਜਿੱਥੇ ਲੰਗਰ ਬਣਦਾ ਸੀ ਉਧਰ ਜਾ ਕੇ ਵੇਖਿਆ, ਸੰਗਤਾਂ ਨੂੰ ਭਾਂਡੇ ਮਾਂਜਦਿਆਂ ਵੇਖਿਆ। ਫਿਰ ਇਸੇ ਤਰ੍ਹਾਂ ਕੋਈ ਮਾਲ ਡੰਗਰ ਦੀ ਸੇਵਾ ਕਰ ਰਿਹਾ, ਕੋਈ ਖੇਤੀਬਾੜੀ ਵਿੱਚ ਜਾ ਕੇ ਫਸਲ ਦੇ ਵਿੱਚ ਕੋਈ ਫਸਲ ਵੱਢਦਾ ਹੈ, ਕੋਈ ਨਦੀਨ ਕੱਢਦਾ ਹੈ। ਵੇਖ ਕੇ ਮਨ ਵਿੱਚ ਸੋਚਿਆ ਕਿ ਇੱਥੇ ਤਾਂ ਕੰਮਕਾਰ ਕਰਨ ਵਾਲੇ ਸੇਵਾਦਾਰ ਵੀ ਰਹਿੰਦੇ ਨੇ। ਫਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਣ ਆਇਆ। ਮਹਾਰਾਜ ਕਹਿੰਦੇ ਹੁਣ ਤੂੰ ਮਨੁੱਖ ਬਣ ਗਿਆ, ਤੈਨੂੰ ਸਾਰੇ ਕੰਮਕਾਰ ਕਰਨ ਵਾਲੇ ਸੇਵਾ ਕਰਨ ਵਾਲੇ ਦਿਸ ਪਏ, ਹੁਣ ਤੂੰ ਬੰਦਾ ਬਣ ਗਿਆ। ਕੁਝ ਦਿਨ ਹੋਰ ਰਿਹਾ, ਨਾਮ ਅਭਿਆਸੀ ਗੁਰਮੁਖਾਂ ਦੇ ਦਰਸ਼ਨ ਹੋਏ। ਬਾਬਾ ਬੁੱਢਾ ਸਾਹਿਬ ਵਰਗੇ ਭਾਈ ਲਹਿਣੇ ਨੂੰ ਸੇਵਾ ਕਰਦਿਆਂ ਵੇਖਿਆ ਕਿ ਇੰਨੇ ਸਿਦਕ ਵਿੱਚ ਪਰਪੱਕ ਹੈ। ਫਿਰ ਜਦੋਂ ਉਹਨਾਂ ਗੁਰਮੁਖਾਂ ਨਾਮ ਅਭਿਆਸੀਆਂ ਦੇ ਦਰਸ਼ਨ ਕੀਤੇ ਤੇ ਮਨ ਵਿੱਚ ਸੋਚਿਆ ਕਿ ਇੱਥੇ ਤਾਂ ਬ੍ਰਹਮ ਗਿਆਨੀ ਵੀ ਰਹਿੰਦੇ ਨੇ। ਇਵੇਂ ਸਹਿਜੇ ਸਹਿਜੇ ਜਦੋਂ ਹੋਰ ਗੁਰਸਿੱਖਾਂ ਦੇ ਦਰਸ਼ਨ ਕਰਦਾ ਗਿਆ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਦੇਵਤਾ ਬਣ ਗਿਆ ਹੈ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਗੁਰੂ ਸਾਹਿਬ ਨੇ ਮਨੁੱਖ ਤੋਂ ਦੇਵਤੇ ਬਣਾ ਦਿੱਤੇ। ਮਨੁੱਖ ਦੀ ਗੱਲ ਛੱਡੋ, ਕੌਡੇ ਰਾਖਸ਼ ਵਰਗਿਆਂ ਨੂੰ ਦੇਵਤੇ ਬਣਾ ਦਿੱਤਾ। ਸੱਜਣ ਠੱਗ ਨੂੰ ਸੁਧਾਰ ਦਿੱਤਾ। ਭੂਮੀਏ ਚੋਰ ਹਮਜਾ ਗੌਂਸ, ਕਿੰਨੇ ਕੁ ਤਾਰ ਦਿੱਤੇ, ਕੋਈ ਗਿਣਤੀ ਨਹੀਂ ਕਰ ਸਕਦਾ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਣਾਤ ਹੈ। ਅੱਜ ਤੱਕ ਕੋਈ ਅਸਮਾਨ ਦੇ ਤਾਰਿਆਂ ਨੂੰ ਗਿਣ ਨਹੀਂ ਸਕਿਆ, ਪਰ ਹੋ ਸਕਦਾ ਕੋਈ ਸਾਇੰਟਿਸਟ ਐਵੇਂ ਦਾ ਯੰਤਰ ਤਿਆਰ ਕਰ ਦੇਵੇ ਜਿਹਦੇ ਨਾਲ ਆਕਾਸ਼ ਦੇ ਤਾਰੇ ਗਿਣੇ ਜਾਣ। ਪਰ ਹੇ ਸਤਿਗੁਰੂ ਨਾਨਕ ਦੇਵ ਮਹਾਰਾਜ, ਜਿੰਨਿਆਂ ਨੂੰ ਤੁਸੀਂ ਧਰਤੀ ਤੇ ਆ ਕੇ ਤਾਰਿਆ ਹੈ, ਉਹਨਾਂ ਦੀ ਗਿਣਤੀ ਕੋਈ ਨਹੀਂ ਕਰ ਸਕਦਾ। ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਕਈ ਤਰ ਗਏ, ਨਾਨਕ ਨਦਰੀ ਨਦਰ ਨਿਹਾਲ। ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਇਹ ਬਖਸ਼ਿਸ਼ ਹੈ ਕਿ ਜਿਨ੍ਹਾਂ ਨੇ ਗੁਰਸਿੱਖੀ ਦੀ ਦਾਤ ਦੇ ਕੇ, ਬਾਣੀ ਦੀ ਦਾਤ ਦੇ ਕੇ ਜੀਵਨ ਬਦਲ ਦਿੱਤਾ ਹੈ, ਬਦਲ ਦਿੱਤਾ। ਐਸ ਕਦਰ ਕਈਆਂ ਦੇ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ ਕਿ ਜਿਹੜਾ ਬੰਦਾ ਪਹਿਲਾਂ ਸ਼ਰਾਬ ਦੇ ਠੇਕੇ ਤੇ ਜਾਂਦਾ ਸੀ, ਫਿਰ ਉਹੀ ਬੰਦਾ ਗੁਰਦੁਆਰੇ ਰਹਿਰਾਸ ਸਾਹਿਬ ਦਾ ਪਾਠ ਸੁਣਨ ਵਾਸਤੇ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਨੂੰ ਮਨੁੱਖ ਤੋਂ ਦੇਵਤੇ ਬਣਾਇਆ ਤੇ ਬਣਾਉਂਦਿਆਂ ਉਸ ਨੂੰ ਚਿਰ ਵੀ ਨਹੀਂ ਲੱਗਾ, ਕਿਉਂਕਿ ਇੱਕੋ ਹੀ ਕਿਰਪਾ ਦ੍ਰਿਸ਼ਟੀ ਦੀ ਨਜ਼ਰ ਕੀਤੀ, ਕਿਣਕਾ ਇੱਕ ਕੀਤਾ ਮਿਹਰ ਦੀ ਨਿਗਾਹ ਦਾ, ਉਹਦੇ ਨਾਲ ਹੀ ਜੀਵਨ ਬਦਲ ਗਿਆ ਹੈ। ਮਹੱਲਾ ਦੂਜਾ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ। ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਤੁਸੀਂ ਗੁਰੂ ਦੇ ਸਤਿਕਾਰ ਬਾਰੇ ਕੋਈ ਬਚਨ ਸੰਗਤਾਂ ਨੂੰ ਸੁਣਾਓ। ਇਹ ਆਸਾ ਦੀ ਵਾਰ ਦੇ ਪਹਿਲੇ 8 ਸ਼ਲੋਕ ਗੁਰੂ ਨਾਨਕ ਸਾਹਿਬ ਨੇ ਪਾਕ ਪਟਨ ਦੇ ਵਿੱਚ ਸ਼ੇਖ ਬ੍ਰਹਮ ਦੇ ਪ੍ਰਥਾਏ ਉਚਾਰਨ ਕੀਤੇ ਹਨ। ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਗੁਰੂ ਦੀ ਉਪਮਾ ਦੇ ਵਿੱਚ ਬਚਨ ਕਹਿੰਦੇ ਨੇ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ। ਜੇ ਆਕਾਸ਼ ਦੇ ਵਿੱਚ ਸੈਂਕੜੇ ਚੰਦਰਮਾ ਚੜ ਜਾਣ ਤੇ ਹਜ਼ਾਰਾਂ ਸੂਰਜ ਵੀ ਆਪਣਾ ਚਾਨਣ ਦੇਣ, ਸੂਰਜ ਇੱਕ ਹੀ ਬਹੁਤ ਹੈ। ਧਰਤੀ ਤੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ ਤੇ ਇਸ ਸੂਰਜ ਦਾ ਚਾਨਣ ਪ੍ਰਿਥਵੀ ਤੇ ਹੀ ਨਹੀਂ, ਸਾਰੇ ਸੂਰਜੀ ਪਰਿਵਾਰ ਦੇ ਵਿੱਚ ਹੈ। ਬਹੁਤ ਵੱਡਾ ਹੈ, ਬੜਾ ਚਾਨਣ ਦਿੰਦਾ ਹੈ, ਬੜੀ ਊਰਜਾ ਦਿੰਦਾ ਹੈ। ਇੱਕ ਹੀ ਸੂਰਜ ਬਹੁਤ ਹੈ, ਪਰ ਸੱਚੇ ਪਾਤਸ਼ਾਹ ਕਹਿੰਦੇ ਜੇ 1000 ਸੂਰਜ ਵੀ ਹੋ ਜਾਣ
ਤੇ ਹਜ਼ਾਰਾਂ ਸੂਰਜ ਜੇ ਬੰਦੇ ਨੂੰ ਚਾਨਣ ਦੇਣ, ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ। ਇੰਨੀ ਰੌਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਗੈਰ ਘੁੱਪ ਹਨੇਰਾ ਹੈ। ਘੋਰ ਅੰਧਾਰ, ਘੁੱਪ ਹਨੇਰਾ, ਕੁਛ ਵੀ ਨਜ਼ਰ ਨਹੀਂ ਆਵੇਗਾ। ਭਾਵ ਜ਼ਿੰਦਗੀ ਜਿਉਣ ਦਾ ਜਿਹੜਾ ਗਿਆਨ ਦਾ ਚਾਨਣ ਹੈ ਉਹ ਪ੍ਰਾਪਤ ਨਹੀਂ ਹੋ ਸਕਦਾ ਜਦੋਂ ਤੱਕ ਗੁਰੂ ਨਾ ਮਿਲੇ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਬਾਣੀ ਸਿੱਖ ਦੇ ਹਿਰਦੇ ਵਿੱਚ ਪ੍ਰਕਾਸ਼ ਕਰਦੀ ਹੈ। ਦੇਖੋ, ਬਾਹਰਲੀ ਰੌਸ਼ਨੀ ਦੇ ਨਾਲ ਸਾਨੂੰ ਕੀੜੀ ਤੁਰੀ ਜਾਂਦੀ ਵੀ ਦਿਸ ਸਕਦੀ ਹੈ, ਪਰੰਤੂ ਜਿੰਨਾ ਚਿਰ ਤੱਕ ਹਿਰਦੇ ਵਿੱਚ ਗਿਆਨ ਦਾ ਚਾਨਣ ਨਹੀਂ ਹੁੰਦਾ ਉਦੋਂ ਤੱਕ ਸਾਡੇ ਅੰਦਰ ਹਨੇਰਾ ਹੀ ਹਨੇਰਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਗੁਰੂ ਦਾ ਸ਼ਬਦ ਦੀਪਕ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਦੇ ਕੋਲ ਗਿਆਨ ਹੈ। ਗਿਆਨ ਸੁਲਾਕਾ ਦੇ ਬੁੱਧ ਲੋਚਨ, ਕਰ ਹੈ ਤਮ ਅਗਿਆਨ ਵਿਮੋਚਨ। ਕਵੀ ਹਰਦਿਆਲ ਜੀ ਸਾਰਕ ਤਾਵਲੀ ਵਿੱਚ ਕਹਿੰਦੇ ਨੇ ਕਿ ਜਿਸ ਨੇ ਗਿਆਨ ਦੀਆਂ ਸੁਲਾਈਆਂ ਨੂੰ ਬੁੱਧੀ ਰੂਪੀ ਨੇਤਨਾਂ ਦੇ ਵਿੱਚ ਪਾਇਆ ਹੈ ਉਹਦਾ ਅਗਿਆਨਤਾ ਦਾ ਹਨੇਰਾ ਕੱਟਿਆ ਗਿਆ। ਤੇ ਇਹ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਬੁਨ, ਅਗਨ ਕੱਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਉਹਨਾਂ ਦਾ ਦੁਨੀਆ ਵਿੱਚ ਆਉਣਾ ਵਿਅਰਥ ਹੈ ਜਿਨ੍ਹਾਂ ਗੁਰੂ ਧਾਰਨ ਨਹੀਂ ਕੀਤਾ। ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਦਾ ਨਾਂ ਲੈਣਾ ਵੀ ਮਾੜਾ ਜਿਨੇ ਅਜੇ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ, ਕਿਉਂਕਿ ਗੁਰੂ ਦੀ ਪ੍ਰਾਪਤੀ ਤੋਂ ਬਗੈਰ ਇਹ ਜੀਵਨ ਦੇ ਵਿੱਚ ਸਫਲਤਾ ਨਹੀਂ ਮਿਲ ਸਕਦੀ। ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਘੁੱਪ ਹਨੇਰਾ ਹੈ। ਸਾਰੀ ਜ਼ਿੰਦਗੀ ਬੰਦਾ ਹਨੇਰੇ ਵਿੱਚ ਹੀ ਟੱਕਰਾਂ ਮਾਰਦਾ ਮਰ ਜਾਂਦਾ ਹੈ। ਕੁਝ ਨਹੀਂ ਸੁੱਝਦਾ ਕਿ ਇਹ ਜੀਵਨ ਕਾਹਦੇ ਵਾਸਤੇ ਮਿਲਿਆ। ਖਾਣ ਹੰਡਾਉਣ ਵਾਸਤੇ ਤਾਂ ਨਹੀਂ ਮਿਲਿਆ, ਐਸ਼ੋ ਇਸ਼ਰਤ ਵਾਸਤੇ ਤਾਂ ਨਹੀਂ ਮਿਲਿਆ, ਰਸਾਂ ਕਸਾਂ ਨੂੰ ਭੋਗਣ ਵਾਸਤੇ ਤਾਂ ਜੀਵਨ ਨਹੀਂ ਮਿਲਿਆ। ਇਹਦਾ ਮਕਸਦ ਕੁਝ ਹੋਰ ਹੈ। ਤਨ ਚੇਤਨ ਚੇਤਨ ਹੇਤ ਦਇਓ, ਨਾ ਭੋਗਣ ਹੇਤ ਦਈਵ ਦਇਓ। ਸਰੀਰ ਦੀ ਚੇਤਨਤਾ ਰੱਬ ਨੂੰ ਚੇਤੇ ਕਰਨ ਵਾਸਤੇ ਦਿੱਤੀ ਹੈ, ਵਕਾਰ ਭੋਗਣ ਵਾਸਤੇ ਨਹੀਂ। ਇਹ ਸੂਝ ਬੂਝ ਗੁਰੂ ਦੇ ਗਿਆਨ ਵਿੱਚੋਂ ਪ੍ਰਾਪਤ ਹੋਵੇਗੀ ਕਿ ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ ਤੇ ਮੇਰੀ ਮੰਜ਼ਿਲ ਕੀ ਹੈ। ਮੈਂ ਆਖਰਕਾਰ ਸਮਾਉਣਾ ਕਿੱਥੇ ਹੈ। ਆ ਰਾਗ ਰੰਗ ਦੁਨੀਆ ਦੇ ਤਮਾਸ਼ੇ ਵੇਖਣ ਵਾਸਤੇ ਮੈਂ ਨਹੀਂ ਆਇਆ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਇਹ ਤਾਂ ਪਹਿਲਾਂ ਵੀ ਬਹੁਤ ਕੁਝ ਵੇਖ ਚੁੱਕਾ ਹਾਂ। ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਦਮਣੀਆਂ ਨੇ ਕਿਹਾ ਸੀ ਕਿ ਰੱਬ ਦਾ ਨਾਮ ਤਾਂ ਬਜ਼ੁਰਗ ਹੋ ਕੇ ਵੀ ਜਪਿਆ ਜਾ ਸਕਦਾ ਹੈ, ਤੁਸੀਂ ਨੌਜਵਾਨ ਹੋ, ਤੁਸੀਂ ਦੁਨੀਆ ਦੇ ਰਾਗ ਰੰਗ ਵਿਸ਼ੇ ਸੁਖ ਭੋਗੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਵਾਬ ਦਿੱਤਾ ਸੀ ਕਿ ਇਹ ਵਿਸ਼ੇ ਵਿਕਾਰਾਂ ਦੇ ਸੁੱਖ ਤਾਂ ਜਾਨਵਰ ਵੀ ਭੋਗਦੇ ਨੇ, ਫਿਰ ਜਾਨਵਰ ਵਿੱਚ ਤੇ ਬੰਦੇ ਵਿੱਚ ਫਰਕ ਕੀ ਹੈ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਚਾ ਜੀਵਨ, ਉੱਚਾ ਆਦਰਸ਼ ਸਿੱਖ ਵਾਸਤੇ ਕਾਇਮ ਕੀਤਾ।
ਤਾਂ ਇਹ ਬਖਸ਼ਿਸ਼ ਗੁਰੂ ਦੇ ਗਿਆਨ ਵਿੱਚੋਂ ਹੀ ਪ੍ਰਾਪਤ ਹੋਵੇਗੀ। ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਗੈਰ ਭਾਈ ਘੁੱਪ ਹਨੇਰਾ ਹੈ। ਸਾਨੂੰ ਆਪਣੇ ਜੀਵਨ ਦਾ ਅਸਲ ਮਕਸਦ ਨਹੀਂ ਦਿਸਦਾ। ਮਹੱਲਾ ਪਹਿਲਾ। ਨਾਨਕ ਗੁਰੂ ਨ ਚੇਤਨੀ, ਮਨ ਆਪਣੇ ਸੁਚੇਤ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਬੰਦੇ ਆਪਣੇ ਮਨ ਵਿੱਚ ਬੜੇ ਸਿਆਣੇ ਨੇ ਤੇ ਗੁਰੂ ਨੂੰ ਚੇਤੇ ਨਹੀਂ ਕਰਦੇ, ਹੰਕਾਰ ਦੇ ਵਿੱਚ ਫੁੱਲੇ ਨਹੀਂ ਸਮਾਉਂਦੇ ਤੇ ਆਪਣੇ ਆਪ ਨੂੰ ਰੱਬ ਸਮਝਦੇ ਨੇ। ਹਰ ਜਸ ਸੁਨੈ ਨਾ ਹਰ ਗੁਣ ਗਾਵੇ, ਬਤ ਨਹੀਂ ਅਸਮਾਨ ਗਿਰਾਵੇ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਏ। ਜਿਹੜੇ ਗੱਲਾਂ ਨਾਲ ਅਸਮਾਨ ਹੇਠਾਂ ਲਾਉਂਦੇ ਨੇ, ਆਪਣੇ ਆਪ ਵਿੱਚ ਬੜੇ ਸਿਆਣੇ ਸਮਝਦਾਰ ਬਣਦੇ ਹਨ, ਪਰ ਪਤਾ ਉਹਨਾਂ ਨੂੰ ਕੱਖ ਵੀ ਨਹੀਂ। ਦਮਗਜੇ ਬੜੇ ਮਾਰਦੇ ਨੇ, ਫੜਾਂ ਬੜੀਆਂ ਮਾਰਦੇ ਨੇ, ਪਰ ਜਾਣਦੇ ਕੁਛ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਗੁਰੂ ਨੂੰ ਚੇਤੇ ਨਹੀਂ ਕਰਦੇ, ਬਾਕੀ ਸਭ ਕੁਝ ਚੇਤੇ ਹੈ। ਮੈਂ ਕਿਧਰੋਂ ਪੈਸੇ ਲੈਣੇ, ਕਿੱਥੇ ਦੇਣੇ, ਕੀ ਵਪਾਰ ਕਰਨਾ, ਕੀ ਬਿਜ਼ਨਸ ਮੇਰਾ ਚਲਾਉਣਾ ਹੈ, ਸਭ ਕੁਝ ਯਾਦ ਹੈ, ਪਰ ਗੁਰੂ ਯਾਦ ਨਹੀਂ, ਗੁਰੂ ਨਾ ਚੇਤਨੀ। ਮਨ ਆਪਣੇ ਸੁਚੇਤ, ਆਪਣੇ ਆਪ ਵਿੱਚ ਬੜੇ ਸੁਚੇਤ, ਸਮਝਦਾਰ, ਅਕਲਮੰਦ, ਦਿਆਨਤਦਾਰ ਤੇ ਬੜੇ ਪਰਹੇਜ਼ਗਾਰ ਬਣਦੇ ਹਨ। ਛੁੱਟੇ ਤਿਲ ਬੂਆੜ ਜਿਉ, ਸੁਣੇ ਅੰਦਰ ਖੇਤ। ਉਹ ਲੋਕ ਸੁੰਨੀ ਪੈਲੀ ਦੇ ਵਿੱਚ ਪਏ ਹੋਏ ਬੁਆੜ ਤਿਲ ਵਰਗੇ ਹਨ। ਬੁਆੜ ਤਿਲ ਮਤਲਬ ਉਹ ਬੂਟਾ ਜਿਹੜਾ ਵੇਖਣ ਨੂੰ ਤਾਂ ਬਾਕੀਆਂ ਵਰਗਾ ਲੱਗਦਾ ਹੈ, ਪਰ ਉਹ ਅੰਦਰੋਂ ਕਾਲਖ ਦੇ ਨਾਲ ਭਰਿਆ ਹੋਇਆ ਖਾਲੀ ਹੈ। ਉਜਾੜ ਦੇ ਵਿੱਚ ਜ਼ਿਮੀਂਦਾਰ ਉਹਨੂੰ ਛੱਡ ਦਿੰਦਾ, ਬਾਕੀ ਦੇ ਬੂਟੇ ਵੱਢ ਲੈਂਦਾ, ਪਰ ਉਹ ਬੂਟਾ ਛੱਡ ਦਿੱਤਾ ਜਾਂਦਾ, ਕਿਉਂਕਿ ਉਹਦੇ ਵਿੱਚ ਹੈ ਹੀ ਕੱਖ ਨਹੀਂ, ਖਾਲੀ ਹੈ ਅੰਦਰੋਂ। ਬਾਹਰੋਂ ਵੇਖਣ ਨੂੰ ਭਾਵੇਂ ਬੜਾ ਸੁੰਦਰ ਜਾਪਦਾ ਹੈ, ਬਾਕੀਆਂ ਵਰਗਾ ਦਿਸਦਾ, ਪਰ ਉਹਦੇ ਅੰਦਰ ਕੁਛ ਨਹੀਂ, ਅੰਦਰ ਕਾਲਖ ਹੀ ਕਾਲਖ ਹੈ। ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਗੁਰੂ ਤੋਂ ਵਿਛੜਿਆ ਹੋਇਆ ਤੇ ਹੰਕਾਰੀ ਹੈ, ਉਹ ਬੁਆੜ ਤਿਲ ਦੇ ਵਾਂਗ ਸਤਿਗੁਰਾਂ ਦੀ ਫਸਲ ਦਾ ਹਿੱਸਾ ਨਹੀਂ ਬਣ ਸਕਦਾ। ਗੁਰੂ ਦੀ ਫਸਲ ਫੁਲਵਾੜੀ ਕੀ ਹੈ? ਸਿੱਖੀ। ਉਹ ਸਿੱਖੀ ਰੂਪੀ ਫੁਲਵਾੜੀ ਦਾ ਹਿੱਸਾ ਨਹੀਂ ਬਣ ਸਕਦਾ, ਕਿਉਂਕਿ ਜਿਹੜੇ ਖਰੇ ਨੇ ਉਹਨਾਂ ਨੂੰ ਗੁਰੂ ਨੇ ਪਰਖ ਕੇ ਆਪਣੇ ਖਜ਼ਾਨੇ 'ਚ ਪਾ ਲਿਆ ਤੇ ਖੋਟਿਆਂ ਨੂੰ ਬਾਰ-ਬਾਰ ਸੁੱਟ ਦਿੱਤਾ। ਉਹ ਬੁਆੜ ਤਿਲ ਖੋਟਿਆਂ ਦੇ ਵਿੱਚ ਹੈ ਤੇ ਖੋਟਾ ਗੁਰੂ ਨੂੰ ਪਸੰਦ ਨਹੀਂ ਹੈ। ਜਿਹਦੇ ਮਨ ਵਿੱਚ ਖੁਟਿਆਈ ਹੈ, ਕਪਟ ਹੈ, ਫਰੇਬ, ਧੋਖੇਬਾਜ਼ ਹੈ, ਉਹ ਗੁਰੂ ਨੂੰ ਚੰਗਾ ਨਹੀਂ ਲੱਗਦਾ। ਹਾਂ, ਉਹ ਬੰਦਾ ਦੁਨੀਆ ਵਿੱਚ ਤਾਂ ਕਾਮਯਾਬ ਹੋ ਸਕਦਾ, ਚਤਰਾਈਆਂ ਦੇ ਨਾਲ ਦੁਨੀਆ ਦੇ ਵਿੱਚ ਦੌਲਤ ਸ਼ੋਹਰਤ ਕਮਾ ਸਕਦਾ ਹੈ, ਪਰ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਜ਼ੀਰੋ ਹੈ। ਮਹਾਰਾਜ ਕਹਿੰਦੇ ਨੇ ਭਾਈ ਜਿਹੜਾ ਇਸ ਤਰ੍ਹਾਂ ਦਾ ਬੰਦਾ, ਉਹ ਗੁਰੂ ਦੀ ਫੁਲਵਾੜੀ ਦਾ ਹਿੱਸਾ ਨਹੀਂ ਬਣ ਸਕਦਾ। ਛੁੱਟੇ ਤਿਲ ਬੁਆੜ ਜਿਉਂ, ਬੁਆੜ ਤਿਲ ਦੇ ਵਾਂਗ ਖੇਤ ਦੇ ਵਿੱਚ ਹੀ ਰਹਿ ਜਾਵੇਗਾ। ਸੁੰਨੇ ਅੰਦਰ ਖੇਤ, ਸੁੰਨੇ ਖੇਤ ਦੇ ਵਿੱਚ, ਸੁੰਨੀ ਪੈਲੀ ਦੇ ਵਿੱਚ ਉਹਦਾ ਕੋਈ ਵੀ ਮਾਲਕ ਨਹੀਂ ਹੈ। ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾਹ। ਜਿਹੜਾ ਬੁਆੜ ਤਿਲ ਜ਼ਿਮੀਂਦਾਰ ਇਹ ਸੋਚ ਕੇ ਖੇਤ ਦੇ ਵਿੱਚ ਛੱਡ ਦੇਵੇ ਕਿ ਇਹਦੇ ਵਿੱਚ ਕਾਲਖ ਹੈ, ਫਲ ਨਹੀਂ ਹੈ, ਇਹ ਚੋਂ ਨਿਕਲਣਾ ਕੁਝ ਨਹੀਂ, ਤੇ ਮਹਾਰਾਜ ਕਹਿੰਦੇ ਫਿਰ ਭਾਵੇਂ ਉਹਦੇ 100 ਮਾਲਕ ਬਣ ਜਾਣ, ਕਹੋ ਨਾਨਕ 100 ਨਾ। 100 ਮਤਲਬ ਸੈਂਕੜੇ, ਨਾ ਕਹੀਏ ਮਾਲਕ, ਭਾਵ ਉਹਨੂੰ ਜਿਹੜਾ ਮਰਜ਼ੀ ਵੱਢ ਕੇ ਲਿਜਾ ਸਕਦਾ ਹੈ। ਤੇ ਵੱਢਣਾ ਉਹਨੂੰ ਫਲ ਲੈਣ ਵਾਸਤੇ ਨਹੀਂ, ਵੱਢਣਾ ਹੈ ਉਹਨੂੰ ਬਾਲਣ ਵਾਸਤੇ।
ਜਿਵੇਂ ਜਿਹੜੇ ਗਰੀਬ ਨੇ ਉਹ ਖੇਤਾਂ ਦੇ ਵਿੱਚੋਂ ਬਾਲਣ ਇਕੱਠਾ ਕਰਦੇ ਹਨ, ਇਸੇ ਤਰ੍ਹਾਂ ਕਹਿੰਦੇ ਜਿਹੜਾ ਬੁਆੜ ਤਿਲ ਜ਼ਿਮੀਂਦਾਰ ਛੱਡ ਦੇਵੇ ਉਹਦੇ ਫਿਰ 100 ਮਾਲਕ ਬਣ ਜਾਂਦੇ ਨੇ, ਜਿਹੜਾ ਮਰਜ਼ੀ ਵੱਢ ਸਕਦਾ ਹੈ। ਕਹਿਣ ਤੋਂ ਭਾਵ ਕਿ ਜਿਹੜਾ ਬੰਦਾ ਹੰਕਾਰੀ ਹੈ, ਵਿਕਾਰੀ ਹੈ, ਉਹ ਗੁਰੂ ਦੀ ਫੁਲਵਾੜੀ ਦਾ ਤੇ ਹਿੱਸਾ ਬਣਦਾ ਨਹੀਂ, ਗੁਰੂ ਦੇ ਖਜ਼ਾਨੇ ਵਿੱਚ ਤਾਂ ਜਮਾ ਹੁੰਦਾ ਨਹੀਂ, ਫਿਰ ਉਹ ਵਕਾਰਾਂ ਦੇ ਹੱਥੇ ਚੜ ਜਾਂਦਾ ਹੈ। ਉਹਨੂੰ ਜਿਹੜਾ ਮਰਜ਼ੀ ਵਕਾਰ ਵੱਢ ਕੇ ਲਿਜਾ ਸਕਦਾ ਹੈ। ਕਦੀ ਕ੍ਰੋਧ ਦੇ ਅਧੀਨ, ਕਦੀ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਭਾਵਨਾ ਬਹੀਨ, ਕੈਸੇ ਪਾਵੇ ਜਗਦੀਸ਼ ਕੋ, ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ। ਤੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਵਿਸ਼ੇ ਵਿਕਾਰਾਂ ਦੇ ਅਧੀਨ ਹਨ, ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹਨਾਂ ਨੂੰ ਕੋਈ ਵੀ ਵੱਢ ਕੇ ਖੜ ਸਕਦਾ ਹੈ। ਕਿਸੇ ਵੀ ਵਿਕਾਰ ਵਾਸ਼ਨਾਵਾਂ ਦਾ ਉਹਨਾਂ ਤੇ ਪ੍ਰਭਾਵ ਪੈ ਸਕਦਾ, ਜਿਹੜੇ ਗੁਰੂ ਦੇ ਨਹੀਂ ਬਣੇ। ਹਾਂ, ਜਿਨੇ ਗੁਰੂ ਦੀ ਓਟ ਪਕੜ ਲਈ ਉਹ ਤਾਂ ਭਾਈ ਫਿਰ ਵਿਕਾਰਾਂ ਨੂੰ ਜਿੱਤ ਲੈਂਦਾ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਉਹ ਤਾਂ ਜਿੱਤ ਲੈਂਦਾ। ਜੀਤ ਜੀਤ ਜੀਤੇ ਸਭ ਥਾਨਾ, ਸਗਲ ਪਵਨ ਆਪਨਹੀ। ਤੋ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ, ਕਹੋ ਨਾਨਕ 100 ਨਾ, ਉਹਦੇ ਫਿਰ 100 ਮਾਲਕ ਬਣ ਜਾਂਦੇ ਨੇ। ਹਰੇਕ ਦੇ ਅਧੀਨ ਹੋਣਾ ਪੈਂਦਾ ਹੈ। ਫਲੀਐ ਫੁੱਲੀਐ ਬਾਪੜੇ, ਭੀ ਤਨ ਵਿੱਚ ਸਵਾਹ। ਕਹਿੰਦੇ ਉਹ ਬੁਆੜ ਤਿਲ ਫਲਦਾ ਹੈ, ਫੁੱਲਦਾ ਹੈ, ਉਹਨੂੰ ਫੁੱਲ ਵੀ ਲੱਗਦੇ ਨੇ, ਫਲ ਵੀ ਲੱਗਦੇ ਨੇ, ਪਰ ਫਲਾਂ ਦੇ ਵਿੱਚ ਕੁਝ ਨਹੀਂ ਹੁੰਦਾ। ਭੀ ਤਨ ਵਿੱਚ ਸਵਾਹ, ਅੰਦਰ ਕਾਲਖ ਹੀ ਕਾਲਖ ਹੈ, ਸਵਾਹ ਹੀ ਸਵਾਹ ਹੈ। ਮਹਾਰਾਜ ਕਹਿੰਦੇ ਹੰਕਾਰੀ ਬੰਦੇ ਦੇ ਕੋਲੇ ਪੈਸਾ ਵੀ ਹੋਵੇਗਾ, ਇੱਜ਼ਤ ਮਾਣ ਸਤਕਾਰ, ਝੂਠੀ ਇੱਜ਼ਤ ਵੀ ਹੋਵੇਗੀ, ਫਲਦਾ ਫੁੱਲਦਾ ਹੈ, ਪਰ ਅੰਦਰੋਂ ਕਾਲਖ ਨਾਲ ਭਰਿਆ ਹੋਇਆ ਹੈ। ਅੰਦਰ ਰੱਬ ਦੀ ਬੰਦਗੀ ਦਾ ਕੋਈ ਰੰਗ ਨਹੀਂ ਲੱਗਾ, ਅੰਦਰੋਂ ਫਿੱਕਾ ਹੈ। ਬਾਹਰੋਂ ਬਹੁਤ ਸ਼ਾਨੋ ਸ਼ੌਕਤ ਹੈ, ਬਾਹਰੋਂ ਬੜੀ ਚਮਕ ਦਮਕ ਹੈ, ਪਰ ਅੰਦਰ ਕੱਖ ਨਹੀਂ। ਅੰਦਰੋਂ ਮਾਇਆ ਨਾਲ ਪ੍ਰੀਤੀ, ਬਾਹਰੋਂ ਜ਼ਿਕਰ ਸਾਈਂ ਦਾ ਕਰਦੇ। ਤਾਂ ਕਰਕੇ ਮਹਾਰਾਜ ਕਹਿੰਦੇ ਨੇ ਜਿਹੜਾ ਬੰਦਾ ਬਾਹਰੋਂ ਫਲਿਆ ਫੁੱਲਿਆ ਨਜ਼ਰ ਆਉਂਦਾ ਹੈ, ਪਰ ਅੰਦਰ ਭਾਈ ਉਹਦੇ ਕਾਲਖ ਹੀ ਕਾਲਖ ਹੈ। ਈਰਖਾ, ਨਿੰਦਿਆ, ਚੁਗਲੀ, ਦਵੈਸ਼, ਸਾੜਾ, ਤੋ ਇਸ ਤਰ੍ਹਾਂ ਦੀ ਕਾਲਖ ਦੇ ਨਾਲ ਜਿਹੜਾ ਭਰਪੂਰ ਹੈ, ਉਹ ਸਮਝੋ ਬੁਆੜ ਤਿਲ ਹੈ। ਉਹ ਗੁਰੂ ਦੇ ਖਜ਼ਾਨੇ ਵਿੱਚ ਜਮਾ ਨਹੀਂ ਹੋ ਸਕਦਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦੇ ਪਹਿਲੇ ਸ਼ਲੋਕਾਂ ਦੇ ਵਿੱਚ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਗੁਰੂ ਸਮਰੱਥ ਹੈ, ਗੁਰੂ ਸਿੱਖ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ, ਤੇ ਜਿਹੜਾ ਗੁਰੂ ਨਾਲ ਜੁੜਦਾ ਨਹੀਂ ਉਹ ਖਾਲੀ ਰਹਿ ਜਾਂਦਾ ਹੈ। ਭਾਵੇਂ ਉਹਦੇ ਕੋਲੇ ਧਨ ਦੌਲਤ ਸ਼ੌਹਰਤ ਬਹੁਤ ਹੋਵੇ, ਫਲਿਆ ਫੁੱਲਿਆ ਹੋਵੇ, ਪਰ ਫੇਰ ਵੀ ਉਹ ਕਾਲਖ ਦੇ ਨਾਲ ਭਰਿਆ ਹੋਇਆ ਹੈ। ਉਹ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਖਾਲੀ ਰਹਿ ਜਾਵੇਗਾ। ਆਸਾ ਦੀ ਵਾਰ ਦੇ ਸ਼ਲੋਕ ਤੇ ਮਹੱਲੇ, ਪੌੜੀਆਂ ਸਾਰੇ ਰਲਾ ਕੇ 84 ਬਣਦੇ ਹਨ। ਤੇ ਜਿਹੜਾ ਸਿੱਖ ਆਸਾ ਦੀ ਵਾਰ ਦਾ ਕੀਰਤਨ ਕਰਦਾ ਹੈ, ਸੁਣਦਾ ਹੈ, ਉਹਦੀਆਂ 84 ਲੱਖ ਜੂਨਾਂ ਕੱਟੀਆਂ ਜਾਂਦੀਆਂ ਨੇ। ਸਾਧ ਸੰਗਤ ਜੀ, 84 ਦਾ ਗੇੜ ਕੱਟਿਆ ਜਾਂਦਾ ਹੈ ਜਿਹੜਾ ਇਸ ਪਵਿੱਤਰ ਬਾਣੀ ਦਾ ਜਾਪ ਕਰਦਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਜੀਵਨ ਦਾ ਆਧਾਰ ਬਣ ਜਾਵੇ। ਇੰਨੀਆਂ ਬੇਨਤੀਆਂ ਸਰਬੱਤ ਸੰਗਤ ਨੇ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਆਖਰੀ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਖੇਤੈ ਅੰਦਰ ਛੁੱਟਿਆ, ਖੇਤੈ ਅੰਦਰ ਛੁੱਟਿਆ,
ਕਹੋ ਨਾਨਕ ਸੋ ਨਾਹ ਫਲੀਏ ਫੁੱਲੀਏ ਬਪੜੇ ਭੀ ਤਨ ਵਿੱਚ ਸਵਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣਨਾਥ ਅਨਾਥ ਸਖੇ